ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ, ਚੱਲ ਰਹੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਅੰਦਰ ਆਪ ਜੀ ਨੇ ਸ਼ਹੀਦਾਂ ਦੇ ਸਰਤਾਜ, ਮਾਨਵਤਾ ਦੇ ਰਹਿਬਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ 52 ਅੱਖਰੀ ਦੀ ਵਿਚਾਰ ਦੇ ਅਧੀਨ ਆਪ ਜੀ ਨੇ ਅੱਜ ਇੱਕ ਸ਼ਲੋਕ ਤੇ ਪੌੜੀ ਦਾ ਪਾਠ ਸਰਵਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸੰਗਤ ਨੂੰ ਚਟਸਾਲ ਕਿਹਾ ਹੈ, ਸਕੂਲ ਵੀ ਕਿਹਾ ਹੈ। ਤੇ ਜਿਵੇਂ ਕੱਲ ਦੇ ਲੈਸਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ, ਡੰਡੌਤ ਬੰਦਨ ਅਨੇਕ ਬਾਰ, ਗੁਰਦੁਆਰੇ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਸੀਂ ਨਮਸਕਾਰ ਕਰਨੇ ਆ। ਇੱਕ ਨਮਸਕਾਰ ਸਾਡੀ ਸੁਪਰਫੀਸ਼ੀਅਲੀ ਹੁੰਦੀ ਹੈ, ਬਾਹਰੀ ਤੌਰ ਤੇ ਸਰੀਰ ਦਾ ਗੁਰੂ ਦੇ ਅੱਗੇ ਝੁਕਣਾ ਹੁੰਦਾ। ਗੁਰੂ ਸਾਹਿਬ ਜੀ ਜਿਸ ਨਮਸਕਾਰ ਦੀ ਗੱਲ ਉਸ ਸ਼ਲੋਕ ਦੇ ਵਿੱਚ ਕਰਦੇ ਨੇ, ਜਿਹੜਾ ਤਕਰੀਬਨ ਸਾਨੂੰ ਯਾਦ ਹੀ ਹੈ, ਤੇ ਹਜ਼ੂਰ ਮਨ ਦਾ ਝੁਕਣਾ ਤੇ ਕਰਮਾਂ ਦਾ ਗੁਰੂ ਦੇ ਗਿਆਨ ਦੇ ਮੁਤਾਬਕ ਹੋ ਜਾਣ ਨੂੰ ਝੁਕਣਾ ਕਹਿੰਦੇ ਨੇ। ਤੇ ਜਿਹੜਾ ਅੱਜ ਦਾ ਸ਼ਬਦ ਹੈ, ਸ਼ਲੋਕ ਹਜ਼ੂਰ ਨੇ ਜ਼ਿਕਰ ਕੀਤਾ ਹੈ, ਢਾਹਣ ਲਾਗੇ ਧਰਮ ਰਾਏ। ਇੱਥੇ ਜਿਹੜਾ ਧਰਮ ਰਾਏ ਹੈ ਨਾ ਸ਼ਬਦ, ਅਸਲ ਦੇ ਵਿੱਚ ਬੰਦੇ ਦੇ ਅੰਦਰ ਧਰਮਰਾਜ ਦੇ ਦੂਤ ਜਿਨ੍ਹਾਂ ਨੂੰ ਬਾਣੀ ਦੇ ਵਿੱਚ ਕਿਹਾ ਹੈ, ਉਹ ਹੈ ਜਿਹੜਾ ਹਿਊਮਨ ਸਾਡੀਆਂ ਕਮਜ਼ੋਰੀਆਂ ਨੇ, ਜਿਹਦੇ ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਨਿੰਦਾ, ਚੁਗਲੀ, ਇਹ ਸਾਰੇ ਜਮਦੂਤ ਸਾਨੂੰ ਜਮਦੂਤਾਂ ਦੀ ਤਰ੍ਹਾਂ ਹੀ ਅੰਦਰੋਂ ਸਜ਼ਾ ਦਿੰਦੇ ਨੇ, ਔਰ ਬੜੀ ਬੁਰੀ ਬੰਦਾ ਸਜ਼ਾ ਧਰਤੀ ਤੇ ਭੋਗਦਾ ਜੇ ਬੰਦਾ ਆਪਣੀਆਂ ਬੁਰਾਈਆਂ ਨੂੰ ਅੰਦਰੋਂ ਕੰਟਰੋਲ ਨਾ ਕਰ ਸਕੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹਨਾਂ ਬੁਰਾਈਆਂ ਤੇ ਕੰਟਰੋਲ ਆਮ ਬੰਦਾ ਕਰ ਨਹੀਂ ਪਾਉਂਦਾ, ਤੇ ਨਾ ਹੀ ਬਾਹਰੋਂ ਕੋਈ ਹੈਲਪ ਕਰਦਾ। ਕਿਨਾਂ ਨਾ ਘਾਲਿਓ ਬੰਦ, ਕੋਈ ਵੀ ਇਸ ਧਰਮਰਾਜ ਨੂੰ, ਇਹਦੇ ਦੂਤਾਂ ਨੂੰ ਜਿਹੜਾ ਰੋਕਦਾ ਨਹੀਂ ਹੈ। ਤੇ ਹਜ਼ੂਰ ਕਹਿੰਦੇ ਨੇ ਫਿਰ ਇੱਕੋ ਇੱਕ ਢੰਗ ਰਹਿ ਜਾਂਦਾ ਇਹਦੇ ਬਚਣ ਦਾ, ਉਹ ਹੈ ਨਾਨਕ ਉਬਰੇ ਜਪ ਹਰੀ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪ ਕੇ, ਜਿਹੜਾ ਜਪਣ ਦਾ ਸਿੱਖੀਜ਼ਮ ਦੇ ਅੰਦਰ ਗੁਰੂ ਸਾਹਿਬ ਜੀ ਨੇ ਖਾਸ ਕਰਕੇ ਸਿੱਖ ਸਕੂਲ ਆਫ ਥਾਟ ਦੇ ਵਿੱਚ ਗੱਲ ਕੀਤੀ ਹੈ, ਉਹ ਹੈ ਜਿਵੇਂ ਅਸੀਂ ਜਪ ਦੀ ਬਾਣੀ ਪੜ੍ਹਦੇ ਆ ਨਾ, ਨਾ ਜਪ ਹੈ, ਸਿਮਰਨ ਹੈ, ਤੇ ਪੂਰੇ ਗੁਰੂ ਸਾਹਿਬ ਜੀ ਦੇ ਗਿਆਨ ਨੂੰ ਜੀਵਨ ਦੇ ਵਿੱਚ ਅਪਣਾ ਕੇ ਅਸਲ ਦੇ ਵਿੱਚ ਉਹ ਜਪ ਪੂਰਾ ਹੁੰਦਾ। ਇਹਦੇ ਵੱਖ-ਵੱਖ ਸਟੈਪ ਨੇ, ਪਾਰਟ ਨੇ। ਤੇ ਹਜ਼ੂਰ ਨੇ ਜ਼ਿਕਰ ਕੀਤਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪ ਕੇ, ਤੇ ਜਪ ਕੇ ਕਿਵੇਂ? ਸਾਧ ਸੰਗ ਸੰਬੰਧ। ਜਦੋਂ ਸਾਧ ਸੰਗਤ ਦੇ ਰਾਹੀਂ, ਇੱਥੇ ਗੁਰਬਾਣੀ ਦੀ ਇੱਕ ਗ੍ਰਾਮਰ ਹੈ, ਕਿਉਂਕਿ ਕੱਲ ਵੀ ਅਰਜ਼ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਹੋਇਆਂ ਨਾ ਅਸੀਂ ਆਮ ਕਰਕੇ ਕਹਿੰਦੇ ਆ ਸਾਡਾ ਦਿਲ ਨਹੀਂ ਲੱਗਦਾ। ਉਹਦਾ ਕਾਰਨ ਹੈ ਅਸੀਂ ਕਦੀ ਗੁਰਬਾਣੀ ਦੀ ਜਿਹੜੀ ਸ਼ੈਲੀ ਉਹਨੂੰ ਸਮਝਣ ਦਾ ਯਤਨ ਨਹੀਂ ਕੀਤਾ। ਅੱਖਰ ਬੋਧ ਪ੍ਰਾਪਤ ਕਰਨ ਦੇ ਲਈ ਅਸੀਂ ਟਾਈਮ ਨਹੀਂ ਜਿਹੜਾ ਦਿੱਤਾ ਗੁਰਦੁਆਰੇ ਬਹਿ ਕੇ। ਇਸ ਕਰਕੇ ਗੁਰਬਾਣੀ ਦਾ ਇੱਕ ਕੋਡ ਆਫ ਕੰਡਕਟ ਹੈ, ਉਹਦੀ ਗ੍ਰਾਮਰ ਹੈ, ਉਹਦਾ ਕੰਟੈਕਸਟ ਹੈ ਵੀ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ, ਕਿਸ ਕੰਟੈਕਸਟ ਦੇ ਵਿੱਚ ਉਚਾਰਨ ਕੀਤਾ ਗਿਆ, ਤੇ ਜਿਹੜੇ ਪਾਰਟਿਕੂਲਰ ਅੱਖਰ ਵੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ, ਉਹਨਾਂ ਦੇ ਆਪਣੇ ਕਨਸੈਪਟ ਵੀ ਨੇ। ਵੀ ਜੇ ਅਕਾਲ ਪੁਰਖ ਦਾ ਕਨਸੈਪਟ ਹੈ, ਹਰ ਮਜ਼ਹਬ ਦੇ ਵਿੱਚ ਰੱਬ ਨੂੰ ਇੱਕ ਕਹਿੰਦੇ ਨੇ,
ਪਰ ਜੋ ਸਿੱਖੀਜ਼ਮ ਦੇ ਵਿੱਚ ਖਾਸ ਕਰਕੇ ਗੁਰੂ ਸਾਹਿਬ ਨੇ ਰੱਬ ਦੀ ਗੱਲ ਕੀਤੀ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਤੇ ਉਹਦੇ ਜਿਹੜੇ ਗੁਣ ਬਿਆਨ ਕੀਤੇ ਨੇ ਉਹ ਤੁਹਾਨੂੰ ਹੋਰ ਕਿਧਰੇ ਨਹੀਂ ਮਿਲਣਗੇ। ਹਰ ਮਜ਼ਹਬ ਦਾ ਕਨਸੈਪਟ ਜਿਹੜਾ ਰੱਬ ਦਾ ਵੱਖਰਾ ਹੈ। ਇਸੇ ਤਰ੍ਹਾਂ ਸੰਗਤ ਦਾ ਜਿਹੜਾ ਕਨਸੈਪਟ ਹੈ ਨਾ, ਕਿਸੇ ਦੇ ਮਨ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਵੀ ਜਿਵੇਂ ਅਸੀਂ ਘਰੋਂ ਤੁਰ ਕੇ ਆਏ ਹਾਂ ਤੇ ਅਸੀਂ ਹੁਣ ਫਿਜ਼ੀਕਲੀ ਬੈਠੇ ਹੋਏ ਹਾਂ, ਫਿਜ਼ੀਕਲੀ ਗੁਰੂ ਦੇ ਹਜ਼ੂਰੀ ਦੇ ਵਿੱਚ ਬੈਠੇ ਹਾਂ, ਪਰ ਇਹ ਇੱਕ ਪਾਰਟ ਹੈ। ਅਸਲ ਦੇ ਵਿੱਚ ਸਰੀਰ ਕਰਕੇ ਬਹਿਣਾ ਹੈ ਗੁਰੂ ਸਾਹਿਬ ਜੀ ਦੇ ਬਾਣੀ ਦਾ ਗਿਆਨ ਲੈਣ ਦੇ ਲਈ। ਉਸ ਤੋਂ ਬਾਅਦ ਉਹ ਜਿਹੜੀ ਆਈਡੀਓਲੋਜੀ ਹੈ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰਧਾਰਾ ਹੈ, ਖਾਸ ਕਰਕੇ ਉਹਨੂੰ ਜਦੋਂ ਅਪਣਾ ਕੇ ਅਸੀਂ ਘਰ ਦੇ ਵਿੱਚ ਜਿਉਂਦੇ ਆ, ਉਹਨੂੰ ਕਹਿੰਦੇ ਨੇ ਸਾਧ ਸੰਗਤ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਤੇ ਜੇ ਕਿਧਰੇ ਸਰੀਰ ਕਰਕੇ ਬੰਦਾ ਗੁਰਦੁਆਰੇ ਰੋਜ਼ ਵੀ ਆਂਦਾ ਹੋਵੇ, ਕਈ ਵਾਰੀ ਸਾਰੀ ਜ਼ਿੰਦਗੀ ਵੀ ਰਹਿੰਦਾ ਹੋਵੇ, ਇੱਥੋਂ ਤੱਕ ਵੀ ਹੁਣ ਸਾਡੇ ਲੋਕਾਂ ਦਾ ਪ੍ਰੋਫੈਸ਼ਨ ਹੈ ਕਥਾ ਕੀਰਤਨ ਕਰਦੇ ਆ, ਬਾਣੀ ਪੜ੍ਹਨੀ ਬੜੀ ਚੰਗੀ ਗੱਲ ਹੈ ਔਰ ਪੜ੍ਹਨੀ ਚਾਹੀਦੀ। ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਨਿਤ ਉਠ ਗਾਵੋ ਪ੍ਰਭ ਕੀ ਬਾਣੀ। ਪਰ ਗਾਉਂਦਿਆਂ ਹੋਇਆਂ ਕੇਵਲ ਬੰਦਾ ਸਰੀਰਕ ਐਕਟੀਵਿਟੀ ਤੱਕ ਸੀਮਿਤ ਰਹੇ ਤੇ ਉਹ ਬਾਣੀ ਦੇ ਮੁਤਾਬਕ ਚੱਲੇ ਨਾ, ਤੇ ਗੁਰੂ ਸਾਹਿਬ ਜੀ ਦਾ ਫਿਰ ਅਗਲਾ ਸ਼ਬਦ ਲਾਗੂ ਹੋ ਜਾਂਦਾ ਹੈ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਵਿਆ ਸੁਣਿਆ ਉਹਨਾਂ ਦਾ ਹੀ ਪ੍ਰਵਾਨ ਹੁੰਦਾ, ਨਹੀਂ ਤੇ ਨਹੀਂ ਪ੍ਰਵਾਨ ਹੁੰਦਾ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸਾਫ਼ ਕਿਹਾ ਹੈ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਜਿਨ੍ਹਾਂ ਦੇ ਅੰਦਰ ਕਪਟ ਹੈ, ਪ੍ਰਿਟੈਂਡ ਤੇ ਸੋ ਕਾਲਡ ਰਿਲੀਜੀਅਸ ਹੋਣ ਦਾ ਕਰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਪਰ ਅੰਦਰੋਂ ਉਹ ਧਾਰਮਿਕ ਨਹੀਂ ਹਨ। ਕਰੈ ਦੁਸ਼ਕਰਮ, ਅੰਦਰੋਂ ਤੇ ਬੜੇ ਦੁਸ਼ਕਰਮ ਕਰਦਾ ਸਾਰਾ ਦਿਨ ਜਦੋਂ ਵਿਚਰਦਾ। ਦਿਖਾਵਾ ਹੋਰ, ਪਰ ਲੋਕਾਂ ਦੇ ਸਾਹਮਣੇ ਦਿਖਾਵਾ ਕੁਝ ਹੋਰ ਹੋਣ ਦਾ ਕਰਦਾ। ਰਾਮ ਕੀ ਦਰਗਾਹ ਬਾਂਦਾ ਚੋਰ, ਤੇ ਇਸ ਕਰਕੇ ਰੱਬ ਦੀਆਂ ਨਜ਼ਰਾਂ ਦੇ ਵਿੱਚ ਉਹ ਚੋਰ ਹੈ। ਤੇ ਹਜ਼ੂਰ ਨੇ ਇਸੇ ਤਰ੍ਹਾਂ ਜਦੋਂ ਸੰਗਤ ਦੀ ਗੱਲ ਕੀਤੀ, ਹਜ਼ੂਰ ਕਹਿੰਦੇ ਨੇ ਗੁਰ ਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹਾ ਹਦੂਰ। ਕਿ ਸਰੀਰ ਕਰਕੇ ਗੁਰੂ ਦੇ ਨੇੜੇ ਬਹਿਣ ਦੇ ਨਾਲ ਕੱਲੀ ਗੱਲ ਨਹੀਂ ਬਣਦੀ। ਇਹ ਵਧੀਆ ਗੱਲ ਹੈ, ਪਰ ਇੱਥੇ ਇੱਕ ਹੋਰ ਰਿਸਪੌਂਸਿਬਿਲਿਟੀ ਆ ਜਾਂਦੀ ਬੰਦੇ ਦੀ ਜਦੋਂ ਧਰਮ ਨੂੰ ਕੋਈ ਇੰਸਟੀਟਿਊਸ਼ਨ ਨੂੰ ਜੁਆਇਨ ਕਰਦਾ। ਇਸ ਕਰਕੇ ਨਾ ਜਦੋਂ ਡੀਪ ਬਾਣੀ ਪੜ੍ਹੋਗੇ ਨਾ ਤੁਸੀਂ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਮੈਂ ਐਗਜ਼ਾਮਪਲ ਤੁਹਾਡੇ ਸਾਹਮਣੇ, ਕਿਉਂਕਿ ਅੱਜ ਕੋਈ ਵੀ ਸਟੱਡੀ ਹੋਵੇ ਨਾ ਉਹਦੇ ਵਿੱਚ ਕੇਸ ਸਟੱਡੀ ਹੁੰਦੀ, ਭਾਵੇਂ ਮੈਡੀਕਲ ਦੀ ਕਰੋ ਤਾਂ ਤੁਹਾਡੇ ਸਾਹਮਣੇ ਇੱਕ ਸਿਚੁਏਸ਼ਨ ਰੱਖ ਦਿੰਦੇ ਨੇ। ਕੁਝ ਸਮਾਂ ਪਹਿਲਾਂ ਕਿਸੇ ਲਾਅ ਕਾਲਜ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਸਿੱਖੀਜ਼ਮ ਦੀ ਗੱਲ ਕੀਤੀ ਤੇ ਉੱਥੇ ਅਨਮਤ ਦੇ ਜਿਹੜੇ ਬੱਚੇ ਸਨ ਨਾ, ਉਹਨਾਂ ਨੇ ਇੱਕ ਗਿਲਾ ਸ਼ਿਕਵਾ ਕੀਤਾ। ਕਹਿਣ ਲੱਗੇ ਕਈ ਵਾਰੀ ਧਰਮ ਦੀ ਫਿਲਾਸਫੀ ਤੇ ਬੜੀ ਵੱਡੀ ਹੁੰਦੀ ਹੈ, ਪਰ ਉਹਦੇ ਫੋਲੋਵਰਸ ਚੱਲਦੇ ਨੇ। ਹਰ ਬੰਦੇ ਕੋਲ ਐਗਜ਼ਾਮਪਲ ਹੁੰਦੀਆਂ ਦੋ ਤਿੰਨ ਬੰਦੇ ਦੀ ਸੇਮ ਕਮਿਊਨਿਟੀ ਦੀਆਂ, ਔਰ ਹਰ ਮਜ਼ਹਬ ਦੇ ਵਿੱਚ ਇਹੋ ਜਿਹੇ ਬੰਦੇ ਮਿਲਦੇ ਨੇ। ਤੇ ਉਹਨਾਂ ਨੇ ਕਿਹਾ ਵੀ ਅਸਲ ਦੇ ਵਿੱਚ ਕਈ ਵਾਰੀ ਸਿੱਖੀ ਦੀਆਂ ਗੱਲਾਂ ਬੜੀਆਂ ਤੁਸੀਂ ਉੱਚੀਆਂ ਕਰਦੇ ਹੋ, ਪਰ ਹਕੀਕਤ ਦੇ ਵਿੱਚ ਇਹ ਹੈ। ਕੋਈ ਇੱਕ ਦੋ ਘਟਨਾ ਉਹਨਾਂ ਨੇ ਬਿਆਨ ਕੀਤੀ, ਪਰ ਅਸਲ ਦੇ ਵਿੱਚ ਦਾਸ ਨੇ ਅਰਜ਼ ਕੀਤੀ ਵੀ ਜੇ ਤੁਸੀਂ ਬਾਣੀ ਪੜ੍ਹੀ ਹੋਵੇ ਨਾ, ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਕੇਵਲ ਜਿਹੜੀਆਂ ਬਾਹਰੋਂ ਧਰਮ ਦੀਆਂ ਕੁਝ ਐਕਟੀਵਿਟੀਜ਼ ਕਰਦੇ ਨੇ, ਰਿਚੁਅਲਸ ਖਾਸ ਕਰਕੇ ਸੁਪਰਸਟੀਸ਼ਨਸ, ਉਹਨੂੰ ਗੁਰੂ ਸਾਹਿਬ ਨੇ ਧਰਮ ਹੀ ਮੰਨਿਆ ਹੀ ਨਹੀਂ। ਔਰ ਬਾਰ-ਬਾਰ ਗੁਰੂ ਸਾਹਿਬ ਨੇ ਆਪ ਆਪਣੀ ਬਾਣੀ ਦੇ ਅੰਦਰ ਖਬਰਦਾਰ ਕੀਤਾ। ਜਿਵੇਂ ਮੰਨ ਲਓ ਕਿਸੇ ਨੇ ਅੰਮ੍ਰਿਤ ਵੀ ਛਕਿਆ, ਬਾਣੀ ਵੀ ਉਹ ਪੜ੍ਹਦਾ, ਤੇ ਉਸ ਤੋਂ ਅਗਲੀ ਡਿਊਟੀ ਉਹਦੀ ਬਣ ਜਾਂਦੀ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਬਿਨਾ ਨਾ ਸਿੱਖ ਕਹਾਵੈ। ਉਹ ਆਟੋਮੈਟਿਕ ਹੀ ਸਿੱਖੀ ਤੋਂ ਬਾਹਰ ਹੋ ਜਾਂਦਾ ਜੇ ਸਿੱਖੀ ਤੋਂ ਉਲਟ ਕੰਮ ਕਰੇ।
ਕਿਉਂਕਿ ਗੁਰੂ ਸਾਹਿਬ ਜੀ ਅਸਲ ਦੇ ਵਿੱਚ ਬਾਣੀ ਇਸ ਢੰਗ ਦੇ ਨਾਲ ਰਚਦੇ ਨੇ ਕਿ ਇੱਥੇ ਸਮਾ ਹੀ ਹੋ ਸਕਦਾ ਸਿੱਖੀ ਦੇ ਵਿੱਚ ਜਿਹੜਾ ਗੁਰੂ ਦੇ ਅਕੋਰਡਿੰਗ ਹੈ ਉਹਨੂੰ ਹੀ ਸਿੱਖ ਕਿਹਾ ਜਾਏਗਾ, ਬਾਕੀ ਜਿਹੜਾ ਪਖੰਡ ਦੇ ਵਿੱਚ ਆ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿਹੜਾ ਸਤ ਸੰਗਤ ਕਰਨ ਦੀ ਗੱਲ ਕੀਤੀ ਨਾ, ਅੱਜ ਹਜ਼ੂਰ ਕਹਿੰਦੇ ਨੇ ਹਰ ਸੰਗਤ ਨਹੀਂ ਤੁਹਾਨੂੰ ਬਚਾ ਸਕਦੀ। ਤੇ ਅੱਜ ਪੜ੍ਹੀ ਲਿਖੀ ਦੁਨੀਆ ਦੇ ਵਿੱਚ ਨਾ ਇੱਕ ਵਿਦਵਾਨ ਨੂੰ ਬੜਾ ਕੋਟ ਕੀਤਾ ਜਾਂਦਾ ਹੈ, ਅਬਰਾਹਮ ਮਾਸਲੋ ਨੇ, ਉਹਨੇ ਜਦੋਂ ਹਾਇਰਾਰਕੀ ਆਫ ਨੀਡਸ ਦੀ ਗੱਲ ਕੀਤੀ ਹੈ ਤਾਂ ਉਹ ਕਹਿੰਦਾ ਜਿਹੜੇ ਬੰਦੇ ਦੀਆਂ ਜ਼ਰੂਰਤਾਂ ਨੇ ਨਾ, ਉਹਦੇ 'ਚ ਜ਼ਰੂਰਤ ਇੱਕ ਸੰਗਤ ਦੀ ਵੀ ਉਹਨੇ ਜ਼ਿਕਰ ਕੀਤਾ। ਪਹਿਲੀ ਸਭ ਤੋਂ ਮੁੱਢਲੀ ਜਿਹੜੀ ਜ਼ਰੂਰਤ ਹੈ ਨਾ, ਉਹ ਹੈ ਫਿਜ਼ੀਓਲੋਜੀਕਲੀ ਨੀਡਸ, ਜਿਹਦੇ 'ਚ ਚੰਗੀ ਏਅਰ ਆ ਜਾਂਦੀ ਹੈ, ਫੂਡ ਆ ਜਾਂਦਾ ਹੈ, ਸ਼ੈਲਟਰ, ਘਰ ਰਹਿਣਾ, ਸਲੀਪ ਬੰਦਾ ਲੈਣਾ ਚਾਹੁੰਦਾ ਹੈ, ਹੋਰ ਵਰਤੋਂ ਵਾਲੀਆਂ ਚੀਜ਼ਾਂ, ਕਲੋਥਿੰਗ ਵਗੈਰਾ ਸਾਰਾ ਕੁਝ ਆ ਜਾਂਦਾ ਹੈ। ਦੂਸਰੀ ਬੰਦੇ ਦੀ ਜਿਹੜੀ ਮੁੱਖ ਜ਼ਰੂਰਤ ਹੈ ਉਹਨੂੰ ਸੇਫਟੀ ਦੀ ਨੀਡ ਕਿਹਾ ਗਿਆ, ਵੀ ਜਿਹਦੇ 'ਚ ਬੰਦਾ ਫਿਜ਼ੀਕਲੀ ਵੀ ਉੱਥੇ ਹੀ ਰਹਿਣਾ ਚਾਹੁੰਦਾ ਜਿਹਦੇ ਸਿਕਿਉਰਿਟੀ ਹੋਵੇ, ਪ੍ਰੋਟੈਕਸ਼ਨ ਹੋਵੇ, ਤੇ ਇਕਨੋਮਿਕਲੀ ਵੀ ਜਿੱਥੇ ਸਟੇਬਿਲਿਟੀ ਹੋਵੇ ਤੇ ਸਿਕਿਉਰਿਟੀ ਹੋਵੇ, ਸੋਸ਼ਲੀ ਵੀ ਜਿੱਥੇ ਸਿਕਿਉਰਿਟੀ ਹੋਵੇ, ਬੰਦੇ ਦੇ ਰਾਈਟਸ ਦੀ ਗੱਲ ਕੀਤੀ ਜਾਏ, ਉਹ ਕੰਟਰੀਜ਼ ਦੇ ਵਿੱਚ ਲੋਕ ਜ਼ਿਆਦਾ ਮਾਈਗ੍ਰੇਟ ਕਰਦੇ ਨੇ ਤੇ ਉਹਨਾਂ ਥਾਵਾਂ ਤੇ ਰਹਿਣਾ ਚਾਹੁੰਦੇ ਨੇ। ਤੀਸਰੀ ਮੇਨ ਜਿਹੜੀ ਨੀਡ ਹੈ ਨਾ ਬੰਦੇ ਦੀ, ਬੰਦਾ ਇਮੋਸ਼ਨਲ ਹੈ ਹਰ ਬੰਦਾ, ਉਹ ਹੈ ਲਵ ਐਂਡ ਬਿਲੋਂਗਿੰਗਨੈਸ, ਵੀ ਜਿਹੜੀ ਬੰਦਾ ਕਿਸੇ ਨਾ ਕਿਸੇ ਨਾਲ ਬਿਲੋਂਗ ਕਰਦਾ ਹੈ। ਤੇ ਉਹਦੇ 'ਚ ਪਹਿਲਾ ਜਿਹੜਾ ਅਸੀਂ ਕਿਸੇ ਨਾਲ ਜੁੜੇ ਹੁੰਨੇ ਆ, ਖਾਸ ਕਰਕੇ ਉਹ ਜਿਹੜੀ ਸੰਗਤ ਵੀ ਅਸੀਂ ਉਹਨੂੰ ਕਹਿ ਸਕਦੇ ਆ, ਉਹ ਸੰਗਤ ਆ ਜਾਂਦੀ ਸਾਡੀ ਫੈਮਿਲੀ ਦੀ, ਜਿਹਦੇ 'ਚ ਮਾਤਾ ਪਿਤਾ ਨੇ, ਭੈਣ ਭਰਾ ਨੇ, ਕਿਵੇਂ ਦੀ ਵਿਚਾਰਧਾਰਾ ਸਾਨੂੰ ਉੱਥੋਂ ਮਿਲ ਰਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਜ ਦੀ ਬਾਣੀ ਜਿਹੜੀ ਕਹਿ ਰਹੀ ਹੈ ਵੀ ਦੁਨਿਆਵੀ ਸੰਗਤ ਜਿਹੜੀ ਸਾਨੂੰ ਅਸਲ ਦੇ ਵਿੱਚ ਵਿਕਾਰਾਂ ਤੋਂ, ਜਦੋਂ ਬੰਦੇ ਦਾ ਸਪਿਰਿਚੁਅਲ ਜੀਵਨ ਢਹਿਣ ਲੱਗੇ, ਬੰਦਾ ਅਨਐਥਿਕਲੀ ਕੰਮ ਕਰਨ ਲੱਗੇ, ਤੇ ਜਦੋਂ ਬੰਦਾ ਕਿਧਰੇ ਅਸਲ ਦੇ ਵਿੱਚ ਵਿਕਾਰਾਂ ਦੇ ਵਿੱਚ ਗਵਾਚਣ ਲੱਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜ਼ਿਕਰ ਕੀਤਾ, ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਤੇ, ਸਾਧ ਸੰਗਤ ਹੋਏ ਦੁਸ਼ਟ ਵਸ ਹੋਤੇ। ਜਿਹੜੇ ਅੰਦਰ ਦੇ 5 ਵਿਕਾਰ ਨੇ ਨਾ, ਉਹਨਾਂ ਤੋਂ ਮਾਂ ਪਿਓ ਵੀ ਨਹੀਂ ਬਚਾ ਸਕਦਾ। ਇਸ ਕਰਕੇ ਕਈ ਵਾਰੀ ਅਸੀਂ ਕਹਿ ਤੇ ਦਿੰਦੇ ਹਾਂ ਵੀ ਮਾਤਾ ਪਿਤਾ ਦੀ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ, ਖਾਸ ਕਰਕੇ ਜਨਮ ਦਿਨ, ਵੀ ਉਹਦੀ ਆਗਿਆ ਦਾ ਪਾਲਣ ਕਰਨ, ਆਗਿਆਕਾਰੀ ਹੋਵੇ। ਪਰ ਮਾਫ ਕਰਨਾ, ਡੀਪਲੀ ਜਾ ਕੇ ਵੇਖਿਓ, ਆਮ ਹਾਲਤਾਂ 'ਚ ਤੇ ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ, ਔਰ ਮਾਤਾ ਪਿਤਾ ਦਾ ਵੀ ਕਰਨਾ ਚਾਹੀਦਾ, ਔਰ ਸੇਵਾ ਵੀ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਜੀ ਨੇ ਪੂਰੇ ਸ਼ਬਦ ਲਿਖੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਂ ਪਿਓ ਪਰਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਨੀ। ਮਾਂ ਪਿਓ ਨੂੰ ਤਿਆਗ ਕੇ ਕਿਧਰੇ ਹੋਰ ਦਾਨ ਕਰਦਾ ਫਿਰੇ, ਤੇ ਉਹਨਾਂ ਨੇ ਕਨਕਲੂਜਨ ਕੱਢਿਆ, ਗੁਰ ਪਰਮੇਸ਼ਰ ਸਾਰ ਨਾ ਜਾਣੀ। ਪਰ ਹਰ ਥਾਂ ਤੇ ਮਾਂ ਪਿਓ ਠੀਕ ਵੀ ਨਹੀਂ ਹੁੰਦੇ, ਉਹ ਵੀ ਐਗਜ਼ਾਮਪਲ ਬਾਣੀ ਦੇ ਅੰਦਰ ਦਿੱਤੀ। ਜਦੋਂ ਮੁਸ ਰੋਵੈ ਨਾਮੇ ਕੀ ਮਾਈ, ਭਗਤ ਨਾਮਦੇਵ ਜੀ ਨੂੰ ਮਾਤਾ ਜੀ ਕਹਿੰਦੇ ਨੇ, ਪੁੱਤਰ ਰਾਮ ਨਾਮ ਛੋੜੋ ਜਿਉ ਲੈ ਉਬਾਰੇ। ਭਗਤ ਪ੍ਰਹਲਾਦ ਜੀ ਨੂੰ ਕਿਹਾ ਜਾਂਦਾ ਹੈ। ਤੇ ਭਗਤ ਪ੍ਰਹਲਾਦ ਜੀ ਦੁਨੀਆ ਦੇ ਅੰਦਰ ਡੀਸਓਬੀਡੀਐਂਟ ਸਨ ਆਫ ਹਿਸ ਪੇਰੈਂਟਸ ਹੈ। ਅਸਲ ਦੇ ਵਿੱਚ ਉਹ ਆਪਣੇ ਮਾਪਿਓ ਦੀ ਪਰਵਾਹ ਨਹੀਂ ਕਰਦੇ ਉਦੋਂ, ਪਰ ਉਹਨਾਂ ਦਾ ਨਾਂ ਦਰਜ ਕੀਤਾ ਕਿਉਂਕਿ ਉਹ ਸੱਚਾਈ ਤੇ ਸੱਚ ਦੀ ਸੰਗਤ ਕਰ ਰਹੇ ਨੇ। ਕਈ ਵਾਰੀ ਬੰਦਾ ਹੋ ਸਕਦਾ ਚੋਰ ਹੋਵੇ, ਸਮਗਲਰ ਹੋਵੇ, ਜਾਂ 2 ਨੰਬਰ ਦੀ ਕਮਾਈ ਕਰਨਾ ਚਾਹੁੰਦਾ ਹੋਵੇ, ਤੇ ਆਪਣੀ ਔਲਾਦ ਨੂੰ ਵੀ ਉਹੀ ਸਿਖਾਉਣਾ ਚਾਹੁੰਦਾ ਹੋਵੇ। ਤੇ ਗੁਰੂ ਸਾਹਿਬ ਜੀ ਨੇ ਉੱਥੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਵੀ ਸਾਡੀ ਜਿਹੜੀ ਪਹਿਲੀ ਵਫਾਦਾਰੀ ਹੈ ਨਾ ਸੰਗਤ, ਉਹ ਗੁਰੂ ਦੇ ਪ੍ਰਤੀ ਹੋਣੀ ਚਾਹੀਦੀ, ਸੱਚ ਦੇ ਪ੍ਰਤੀ ਹੋਣੀ ਚਾਹੀਦੀ ਹੈ। ਇਸ ਕਰਕੇ ਕਈ ਵਾਰੀ ਸੰਗਤ ਸਾਨੂੰ ਵਿਗਾੜ ਸਕਦੀ ਹੈ। ਦੂਸਰੇ ਰੂਪ ਦੇ ਵਿੱਚ ਜਿਹੜੀ ਬੰਦੇ ਦੀ ਬਿਲੋਂਗਿੰਗਨੈਸ ਹੈ ਨਾ, ਪਰਿਵਾਰ ਤੋਂ ਬਾਹਰ ਜੇ ਬੱਚਾ ਹੋਵੇ ਤੇ ਤੁਹਾਨੂੰ ਪਤਾ ਉਹਦਾ ਫਰੈਂਡ ਸਰਕਲ ਹੈ, ਜਿਹਦੇ ਵਿੱਚ ਬੰਦਾ ਇੱਕ ਗਰੁੱਪ ਬਣਾਉਂਦਾ ਹੈ, ਹਰ ਬੰਦੇ ਦੀ ਜਿਹੜੀ ਟੈਂਡੈਂਸੀ ਹੈ। ਤੇ ਅਸਲ ਦੇ ਵਿੱਚ ਉਹਦੇ ਵਿੱਚ ਵੀ ਬੰਦਾ ਕਿਸੇ ਖਾਸ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਸਮਝਦਾ ਹੈ, ਉੱਥੇ ਸੰਗਤ ਹੁੰਦੀ ਹੈ। ਤੀਸਰੀ ਸੰਗਤ ਸਾਡੀ ਸਕੂਲ ਕਾਲਜ ਦੀ ਹੁੰਦੀ ਹੈ। ਚੌਥੀ ਖਾਸ ਕਰਕੇ ਸੰਗਤ ਅੱਜ ਕੱਲ੍ਹ ਜਿਹੜੀ ਸਭ ਤੋਂ ਜ਼ਿਆਦਾ ਉਹ ਮੀਡੀਆ ਦੀ ਹੈ। ਵਟਸਐਪ ਹੈ, ਫੇਸਬੁੱਕ ਹੈ, ਯੂਟਿਊਬ ਹੈ, ਤੇ AI ਰਾਹੀਂ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸੀ ਰਾਹੀਂ ਬੰਦੇ ਦੀ ਵੀ ਪ੍ਰੋਗਰਾਮਿੰਗ ਕੀਤੀ ਜਾਂਦੀ ਹੈ। ਅਸਲ ਦੇ ਵਿੱਚ ਇਸ ਸਦੀ ਦਾ ਜਿਹੜਾ ਸਭ ਤੋਂ ਵੱਡਾ ਡਿਜ਼ਾਸਟਰ ਹੈ ਨਾ, ਖਾਸ ਕਰਕੇ ਉਹ ਇਹ ਵੀ ਹੈ
ਕਿ ਅੱਜ ਬੰਦਾ ਜਿਹੜਾ 4-5 ਘੰਟੇ ਐਵਰੇਜ ਐਵਰੀ ਡੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬਤੀਤ ਕਰ ਰਿਹਾ, ਤੇ ਉੱਥੋਂ ਵੇਖ ਕੇ ਕਈ ਵਾਰੀ ਗੇਮਾਂ ਖੇਡਦੇ ਹੋਏ ਬੱਚੇ ਸੁਸਾਈਡ ਕਰ ਰਹੇ ਨੇ, ਚੋਰੀ ਕਰ ਰਹੇ ਨੇ, ਕਈ ਵਾਰ ਕਿਸਮ ਦੇ ਵਿਕਾਰ ਉਹਨਾਂ ਦੇ ਅੰਦਰ ਜਿਹੜੇ ਆ ਰਹੇ ਨੇ। ਤੇ ਇਸ ਲਈ ਗੁਰੂ ਸਾਹਿਬ ਜੀ ਦੀ ਬਾਣੀ ਦੀ ਸਿੱਖਿਆ ਹੋਰ ਵੀ ਬੜੀ ਜ਼ਰੂਰੀ ਹੋ ਜਾਂਦੀ ਹੈ। ਐਥੀਕਲੀ ਬੰਦਾ ਜੇ ਸਾਊਂਡ ਹੋਵੇ, ਉਹਨੂੰ ਗੁੱਡ ਤੇ ਬੈਡ ਦਾ ਪਤਾ ਹੋਵੇ, ਤੇ ਉਹਦੀ ਕ੍ਰਿਟੀਕਲੀ ਜਾਂ ਰੈਸ਼ਨਲੀ ਥਿੰਕਰ ਬਣੇ, ਉਹਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨੀ ਬੜੀ ਜ਼ਰੂਰੀ ਹੈ, ਤਾਂ ਕਿ ਉਹਨੂੰ ਚੰਗੇ ਮਾੜੇ ਦਾ ਅਹਿਸਾਸ ਹੋ ਸਕੇ। ਇਸ ਕਰਕੇ ਬੰਦਾ ਜਿਹੜਾ ਇਹ ਮੀਡੀਆ ਦੀ ਵੀ ਸੰਗਤ ਜਿਹੜੀ ਸਾਰਾ ਦਿਨ ਦੇ ਵਿੱਚ ਕਈ ਘੰਟੇ ਕਰ ਰਿਹਾ, ਔਰ ਇੱਥੋਂ ਤੱਕ ਵੀ ਗੁਰਦੁਆਰੇ ਵੀ ਬੰਦਾ ਜਿਹੜਾ ਕਈ ਵਾਰੀ ਚੈਨ ਦੇ ਨਾਲ 2-4 ਘੜੀਆਂ ਨਹੀਂ ਬਹਿ ਸਕਦਾ, ਕਿਉਂਕਿ ਬੰਦਾ ਦੂਸਰਿਆਂ ਵੱਲੋਂ ਥਾਟ ਭੇਜੇ ਜਾ ਰਹੇ ਨੇ। ਤੇ ਦੁਨੀਆ ਦੇ ਚੰਗੇ ਜੀਨੀਅਸ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅੱਜ ਜਿਸ ਸਦੀ ਦੇ ਵਿੱਚ, ਜਿਸ ਇਰਾ ਦੇ ਵਿੱਚ ਅਸੀਂ ਰਹਿ ਰਹੇ ਹਾਂ, ਸਮੇਂ ਦੇ ਵਿੱਚ, ਇਹਦੇ 'ਚ ਲਗਜ਼ਰੀ ਆਫ ਇਨਫੋਰਮੇਸ਼ਨ ਆ ਰਹੀ ਹੈ। ਤੇ ਸਭ ਤੋਂ ਵੱਡੀ ਗੱਲ ਹੋਏਗੀ ਕਿ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਵਿਚ ਵਨ ਇਜ਼ ਕਰੈਕਟ, ਜਿਹੜੀ ਅਸਲ ਦੇ ਵਿੱਚ ਕਿਹੜੀ ਠੀਕ ਹੈ ਕਿਹੜੀ ਨਹੀਂ। ਤੇ ਇਨ ਫਿਊਚਰ ਜਿਵੇਂ ਹੋਰ ਚੀਜ਼ਾਂ ਨੂੰ ਹੈਕ ਕੀਤਾ ਜਾਂਦਾ, ਬੰਦੇ ਨੂੰ ਵੀ ਹੈਕ ਕਰਕੇ ਕੁਝ ਵੀ ਕੰਮ ਉਹਦੇ ਕੋਲੋਂ ਕਰਵਾਇਆ ਜਾ ਸਕਦਾ। ਤੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਭਾਈ ਗੁਰਦਾਸ ਜੀ ਨੇ ਬੜੀ ਕਮਾਲ ਦੀਆਂ ਐਗਜ਼ਾਮਪਲ ਦਿੱਤੀਆਂ ਨੇ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਕਾਹੂ ਦਸ਼ਾ ਕੇ ਪਵਨ ਗਵਨ ਕੈ ਵਰਖਾ ਕਰੈ, ਕਾਹੂ ਦਸ਼ਾ ਕੈ ਪਵਨ ਬਾਦਲ ਬਿਲਾਤ ਹੈ। ਹਵਾ ਵਗਦੀ ਹੈ ਨਾ, ਤੇ ਮਾਨਸੂਨ ਦੇ ਕਰਕੇ ਮੀਂਹ ਪੈਂਦਾ ਹੈ ਇੰਡੀਆ ਵਰਗੇ ਹੋਰ ਦੇਸ਼ਾਂ ਦੇ ਵਿੱਚ। ਤੇ ਹਵਾ ਹੀ ਹੁੰਦੀ ਹੈ ਜੇ ਉਲਟ ਦਿਸ਼ਾ ਵੱਲ ਦੂਸਰੀ ਵਗਣੀ ਸ਼ੁਰੂ ਹੋ ਜਾਏ, ਤੇ ਅਸਲ ਦੇ ਵਿੱਚ ਅਸਮਾਨ ਦੇ ਵਿੱਚ ਛਾਏ ਹੋਏ ਬੱਦਲ ਵੀ ਜਿਹੜੇ ਬਿਲਾ ਜਾਂਦੇ, ਜਿਹੜੇ ਚਲੇ ਜਾਂਦੇ ਨੇ, ਮੀਂਹ ਨਹੀਂ ਹੋਣ ਦਿੰਦੀ ਹਵਾ। ਜਿਵੇਂ ਅੱਜ ਵੀ ਸਾਇੰਟਿਸਟ ਕਹਿ ਰਹੇ ਨੇ, ਆ ਜਿਹੜਾ ਪਿਛਲਾ ਸਾਲ ਸੀ ਗਲੋਬਲ ਵਾਰਮਿੰਗ ਕਰਕੇ ਸਾਰਾ 1,20,000 ਦੇ ਕਰੀਬ ਸਭ ਤੋਂ ਗਰਮ ਜਿਹੜਾ ਰਿਹਾ ਹੈ, ਤੇ ਇੰਡੀਆ ਦਾ ਜਿਹੜਾ 2024 ਹੈ ਉਹਦੀ ਪਹਿਲਾਂ ਹੀ ਪ੍ਰੈਡਿਕਸ਼ਨ ਵੀ ਉਸ ਤੋਂ ਵੀ ਗਰਮ ਹੋਣ ਜਾ ਰਿਹਾ, ਅਲ ਨੀਨੋ ਕਰਕੇ, ਸਾਇੰਸ ਦਾ ਫਿਨੋਮੀਨਾ ਹੈ। ਤੇ ਅਸਲ ਦੇ ਵਿੱਚ ਕਹਿਣ ਦਾ ਮਤਲਬ ਹਵਾਵਾਂ ਇਹੋ ਜਿਹੀਆਂ ਹੁੰਦੀਆਂ, ਜਿਹਦਾ ਭਾਈ ਗੁਰਦਾਸ ਜੀ ਨੇ ਬੜਾ ਡੀਪਲੀ ਜਾ ਕੇ ਜ਼ਿਕਰ ਕੀਤਾ ਵੀ ਹਵਾ ਦੇ ਨਾਲ ਮੀਂਹ ਪੈ ਵੀ ਸਕਦਾ, ਤੇ ਅਸਮਾਨ ਦੇ ਵਿੱਚ ਛਾਏ ਹੋਏ ਬੱਦਲ ਜਿਹੜੇ ਚਲੇ ਵੀ ਜਾ ਸਕਦੇ ਨੇ, ਬਿਨਾਂ ਬਾਰਿਸ਼ ਕੀਤਿਆਂ ਛੱਡ ਸਕਦੇ ਨੇ। ਦੂਸਰਾ ਉਹਨਾਂ ਨੇ ਐਗਜ਼ਾਮਪਲ ਲਈ, ਭਾਈ ਗੁਰਦਾਸ ਜੀ ਕਹਿੰਦੇ ਨੇ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਕੀਏ ਰੋਗ ਬਿਲਾਤ ਹੈ, ਵਿਆਪੈ ਰੋਗ ਬਿਲਾਤ ਹੈ। ਕਈ ਵਾਰੀ ਪਾਣੀ ਇਹੋ ਜਿਹਾ ਹੁੰਦਾ ਜਿਹੜਾ ਸਾਨੂੰ ਤੰਦਰੁਸਤ ਕਰਦਾ ਹੈ, ਔਰ ਜੀਵਨ ਹੈ, ਪਹਿਲਾ ਪਾਣੀ ਜੀਓ ਹੈ। ਪਰ ਪਾਣੀ ਕਈ ਜੇ ਠੀਕ ਨਾ ਹੋਵੇ, ਕੰਟੈਮੀਨੇਟਡ ਹੋਵੇ, ਕਈ ਕਿਸਮ ਦੇ ਉਹਦੇ 'ਚ ਹੋਰ ਚੀਜ਼ਾਂ ਹੋਣ, ਪੋਲਿਊਟ ਹੋਵੇ, ਤੇ ਉਹ ਕਈ ਕਿਸਮ ਦੇ ਸਾਨੂੰ ਕਰੋਨਿਕਲੀ ਡਿਜ਼ੀਜ਼ ਦੇਣ ਦੀ ਵੀ ਸਮਰੱਥਾ ਰੱਖਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਕਿਸੇ ਘਰ ਦੀ ਅੱਗ ਜੇ ਬੰਦੇ ਦੇ ਕੰਟਰੋਲ ਦੇ ਵਿੱਚ ਹੋਵੇ, ਤੇ ਰੋਜ਼ ਸਾਡੇ ਕਈ ਕਾਰਜ ਸੁਧਰਦੇ ਨੇ, ਸਾਡੇ ਕੰਮ ਬੜਾ ਵੱਡਾ ਰੋਲ ਪਲੇ ਕਰਦੀ ਹੈ। ਪਰ ਜੇ ਕਿਧਰੇ ਅਸਲ ਦੇ ਵਿੱਚ ਆਊਟ ਆਫ ਕੰਟਰੋਲ ਹੋ ਜਾਏ, ਫਿਰ ਉਹ ਸਾਰਾ ਘਰ ਸਾੜ ਕੇ ਸੁਆਹ ਵੀ ਕਰ ਦਿੰਦੀ ਹੈ। ਬੰਦੇ ਨੂੰ ਵੀ ਕੁਝ ਮਿੰਟ ਹੀ ਲੱਗਦੇ ਨੇ ਜੇ ਕਿਧਰੇ ਇਹੋ ਜਿਹੀ ਲਪੇਟ ਦੇ ਵਿੱਚ ਆ ਜਾਏ। ਇੱਥੇ ਤੋਂ ਹੁਣ ਪੂਰੇ ਸ਼ਹਿਰ ਵੀ ਅੱਜ ਕੱਲ੍ਹ ਆ ਰਹੇ ਨੇ ਬੰਦੇ ਦੇ ਪੈਦਾ ਕੀਤੇ ਹੋਏ, ਜਿਹੜਾ ਵਾਤਾਵਰਨ ਦੇ ਡਿਜ਼ਾਸਟਰ ਕਰਕੇ। ਅਸਲ ਦੇ ਵਿੱਚ ਭਾਈ ਗੁਰਦਾਸ ਜੀ ਇਹ ਸਾਰੀਆਂ ਗੱਲਾਂ ਜਦੋਂ ਸਮਝਾਉਂਦੇ ਨੇ ਨਾ ਬਾਣੀ ਦੀਆਂ, ਇਹਦੇ ਮਲਟਾਈ ਐਸਪੈਕਟ ਦੇ ਤੌਰ ਤੇ ਇਹਨੂੰ ਸਮਝਣ ਦੀ ਲੋੜ ਹੁੰਦੀ। ਤੇ ਕਹਿੰਦੇ ਨੇ, ਕਾਹੂ ਕੀ ਸੰਗਤ ਜੀਵਨ ਮੁਕਤ ਕਰੈ, ਕਾਹੂ ਕੀ ਸੰਗਤ ਕਰ ਜੰਪੁਰ ਜਾਤ ਹੈ। ਇਸ ਕਰਕੇ ਸੰਗਤ ਹੁੰਦੀ ਹੈ। ਕਈ ਵਾਰੀ ਜੇ ਚੰਗੇ ਬੰਦਿਆਂ ਦੀ ਚੰਗੀ ਆਈਡੀਓਲੋਜੀ ਬੰਦਾ ਜੀਵਨ ਦੇ ਵਿੱਚ ਅਪਣਾ ਲਏ, ਤੇ ਉਹ ਜੀਵਨ ਮੁਕਤ ਵੀ ਹੋ ਜਾਂਦਾ ਹੈ। ਤੇ ਜੇ ਕਿਧਰੇ ਗਲਤ ਵਿਚਾਰਾਂ ਦੀ ਸੰਗਤ ਕਰ ਲਏ ਨਾ, ਕਿਉਂਕਿ ਪਹਿਲਾਂ ਤਾਂ ਬ੍ਰੇਨ ਦੇ ਵਿੱਚ ਥਾਟ ਹੀ ਆਣੇ ਨੇ, ਉਸ ਤੋਂ ਬਾਅਦ ਅਸਲ ਦੇ ਵਿੱਚ ਸਰੀਰ ਨੇ ਉਹਦੇ ਮੁਤਾਬਕ ਐਕਸ਼ਨ ਕਰਨਾ ਹੁੰਦਾ।
ਇਸ ਕਰਕੇ ਵਿਚਾਰਾਂ ਦੀ ਸੰਗਤ ਦੀ ਗੁਰੂ ਸਾਹਿਬ ਜੀ ਬਾਣੀ ਦੀ ਗੱਲ ਕਰ ਰਹੇ ਨੇ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਥੇ ਵੀ ਬੈਠਿਆ ਹੋਇਆ ਨਾ ਬੰਦਾ ਗੁਰਦੁਆਰੇ ਦੇ ਵਿੱਚ ਕਿਸੇ ਵੀ ਧਰਮ ਨੂੰ ਜੁਆਇਨ ਕਰ ਲਏ, ਨਗਰ ਕੀਰਤਨ ਕਰਦੇ ਆ, ਪਾਠ ਕਰਦੇ ਆ, ਅਸਲ ਦੇ ਵਿੱਚ ਮੇਨ ਗੱਲ ਹੈ ਵੀ ਬੰਦੇ ਦੇ ਅੰਦਰ ਥਾਟ ਕੀ ਚੱਲ ਰਹੇ ਨੇ, ਕਿਹੜੀ ਸੰਗਤ ਕਰ ਰਿਹਾ। ਵੀ ਜੇ ਬਿਲਕੁਲ ਸਾਵਧਾਨ ਹੋ ਕੇ ਗੁਰਬਾਣੀ ਪੜ੍ਹ ਕੇ ਉਹਨੂੰ ਜੀਵਨ ਦੇ ਵਿੱਚ ਅਪਣਾ ਰਿਹਾ, ਫਿਰ ਤੇ ਉਹ ਬੜੀ ਚੰਗਾ ਬੰਦੇ ਦਾ ਰਿਜ਼ਲਟ ਕੱਢੇਗੀ। ਜੋ ਸ਼ਬਦ ਦੇ ਵਿੱਚ ਲਿਖਿਆ ਉਹਦੇ ਮੁਤਾਬਕ ਗੁਰੂ ਸਾਹਿਬ ਜੀ ਕਹਿੰਦੇ ਨੇ ਰਿਜ਼ਲਟ ਨਿਕਲਣਗੇ। ਤੇ ਨਹੀਂ ਤਾਂ ਢਾਹਨ ਲਾਗੇ ਧਰਮ ਰਾਏ ਕਿਨਾਂ ਨਾ ਘਾਲਿਓ ਬੰਦ। ਜਦੋਂ ਧਰਮ ਰਾਜ ਢਾਣ ਲੱਗਦਾ ਨਾ, ਕਹਿਣ ਦਾ ਮਤਲਬ ਅਸਲ ਦੇ ਵਿੱਚ ਦੋ ਤਰੀਕੇ ਦੇ ਨਾਲ ਇਹ ਜਿਹੜੀ ਵਿਆਖਿਆ ਦੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜੀ ਕੀਤੀ ਹੈ, ਅੰਦਰ ਦੀਆਂ ਬੁਰੀਆਂ ਵਿਰਤੀਆਂ ਜਦੋਂ ਬੰਦੇ ਦੇ ਉੱਤੇ ਅਸਰ ਕਰਦੀਆਂ ਨਾ, ਅਸਲ ਦੇ ਵਿੱਚ ਉਸ ਸਮੇਂ ਬੰਦੇ ਨੂੰ ਰੋਕ ਨਹੀਂ ਸਕਦਾ। ਤੇ ਇੱਕ ਛੋਟੀ ਜਿਹੀ ਐਗਜ਼ਾਮਪਲ, ਕਿਉਂਕਿ ਆਪਾਂ ਗੁਰਦੁਆਰੇ ਬੈਠੇ ਆ ਤੇ ਸਾਡੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੰਗਤ ਕਰਦੇ ਆ ਵੀ ਸਾਡੇ ਜੀਵਨ ਦੇ ਵਿੱਚ ਉਹ ਜਿਹੜੀ ਪਿਓਰਿਟੀ ਨੂੰ ਅਸੀਂ ਅਚੀਵ ਕਰ ਸਕੀਏ, ਜਿਹੜੀ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਗੱਲ ਕਹੀ ਹੈ। ਤੁਸੀਂ ਵੇਖੋ ਬਾਹਰ ਕਾਮ ਹੈ, ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਧਾਰਮਿਕ ਸਥਾਨਾਂ ਤੇ ਤੁਸੀਂ ਆ ਜਾਓ, ਹਰ ਕਿਸੇ ਵੀ ਮਜ਼ਹਬ ਦੇ ਅੰਦਰ ਹਰ ਤੀਸਰੇ ਚੌਥੇ ਸਾਲ ਪੋਪ ਨੂੰ ਕਈ ਵਾਰੀ ਮਾਫੀ ਮੰਗਣੀ ਪੈਂਦੀ ਹੈ ਵੀ ਸਾਡੇ ਪਾਦਰੀਆਂ ਕੋਲੋਂ ਬੜੇ ਗਲਤ ਕੰਮ ਹੋ ਚੁੱਕੇ ਨੇ। ਇਸ ਤਰ੍ਹਾਂ ਮੁਸਲਮਾਨੀ ਵਰਲਡ ਹੈ, ਉੱਥੇ ਵੀ ਬੱਚਿਆਂ ਦੇ ਨਾਲ ਜਿਨਾਹ ਹੋ ਜਾਂਦੇ ਨੇ। ਹਿੰਦੁਸਤਾਨ ਦੇ ਵਿੱਚ ਬੜੇ ਸਾਧ ਨੇ, ਭਾਵੇਂ ਸਾਡਾ ਮਜ਼ਹਬ ਕੋਈ ਵੀ ਹੋਵੇ, ਚੰਗੇ ਮਾੜੇ ਲੋਕ ਹਰ ਥਾਂ ਤੇ ਹੁੰਦੇ ਨੇ। ਇਸੇ ਤਰ੍ਹਾਂ ਤੁਸੀਂ ਵੇਖੋ ਬਾਹਰ ਕਰੋਧ ਹੈ ਤੇ ਧਰਮ ਦੇ ਨਾਂ ਤੇ ਬੜੀਆਂ ਲੜਾਈਆਂ ਹੋਈਆਂ ਨੇ। ਇੱਥੋਂ ਤੱਕ ਵੀ ਜੇ ਸਾਰੇ ਧਰਮਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਅੱਜ ਵੀ ਜਿਹੜੀਆਂ ਵੱਡੀਆਂ ਲੜਾਈਆਂ ਹੋ ਰਹੀਆਂ ਨੇ ਉਹ ਧਰਮ ਓਰੀਐਂਟਿਡ ਨੇ ਕਿਸੇ ਹੱਦ ਤੱਕ ਵੀ। ਇਹ ਖਾਸ ਕਰਕੇ ਇਜ਼ਰਾਈਲ ਕਮਿਊਨਿਟੀ ਹੈ, ਇਹਦੇ ਕੋਲ ਇੰਨਾ ਜਿਹੜਾ ਟੈਰੀਟਰੀ ਹੋਣੀ ਚਾਹੀਦੀ। ਤੇ ਅੱਜ ਲੋਕ ਆਰਟੀਕਲ ਲਿਖਣ ਲੱਗ ਪਏ ਨੇ ਵੀ ਸਾਰੇ ਧਰਮਾਂ ਤੋਂ ਇਨਸਾਨੀਅਤ ਨੂੰ ਬੜਾ ਖਤਰਾ ਹੈ, ਇਹਨਾਂ ਦੇ ਪ੍ਰਵਾਜ਼ ਨੂੰ ਕੰਟੇਨ ਕਰਨ ਦੀ, ਰੋਕਣ ਦੀ ਜਿਹੜੀ ਲੋੜ ਹੈ, ਵੀ ਇਹਨਾਂ ਨੂੰ ਬਿਲਕੁਲ ਇਹਨਾਂ ਕੋਲ ਆਟੋਨਮੀ ਨਹੀਂ ਹੋਣੀ ਚਾਹੀਦੀ। ਤੇ ਕੇਵਲ ਜਿਹੜੀ ਬੰਦੇ ਨੇ ਇੰਟਰਫੇਥ ਲੜਾਈਆਂ ਨਹੀਂ, ਦੂਜੇ ਧਰਮਾਂ ਤੇ ਹੀ ਅਟੈਕ ਨਹੀਂ ਬੰਦੇ ਨੇ ਕੀਤਾ। ਸਾਰੀ ਕੁਦਰਤ ਦਾ ਇਤਿਹਾਸ ਪੜ੍ਹੋ, ਹਿਊਮਨ ਹਿਸਟਰੀ ਦਾ। ਬੰਦੇ ਅਸਲ ਦੇ ਵਿੱਚ ਇੰਟਰਾਫੇਥ ਵੀ ਲੜਾਈਆਂ ਹੈ ਨੇ। ਜਿੱਥੇ ਵੀ ਬੰਦਾ ਹੈ, ਜੇ ਕ੍ਰੋਧ ਦਾ ਸ਼ਿਕਾਰ ਹੈ, ਸੰਗਤ ਉਹ ਕ੍ਰੋਧ ਦੀ ਕਰ ਰਿਹਾ ਨਾ, ਕਈ ਵਾਰੀ ਧਾਰਮਿਕ ਸਥਾਨਾਂ ਤੇ ਵੀ ਲੜਾਈਆਂ ਹੁੰਦੀਆਂ ਨੇ। ਔਰ ਅਸਲ ਦੇ ਵਿੱਚ ਬਹੁਤ ਕੁਝ ਇੱਥੇ ਵੀ ਆਪਾਂ ਆ ਕੇ ਰੋਜ਼ਾਨਾ ਅਰਦਾਸ ਕਰਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੇ ਆ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਵੀ ਜਦੋਂ ਦੀ ਮੈਂ ਸੰਗਤ ਕਰ ਲਈ ਹੈ, ਮੇਰੇ ਅੰਦਰੋਂ ਈਰਖਾ ਦਵੈਸ਼ ਹੀ ਖਤਮ ਹੋ ਗਿਆ। ਇਹ ਹੈ ਸੰਗਤ ਦਾ ਰਿਜ਼ਲਟ। ਪਰ ਕਈ ਵਾਰੀ ਧਾਰਮਿਕ ਸਥਾਨ ਤੇ ਸਰੀਰ ਸੰਗਤ ਕਰ ਰਿਹਾ ਹੁੰਦਾ, ਮਨ ਜਦੋਂ ਸੰਗਤ ਨਹੀਂ ਨਾ ਕਰ ਪਾਉਂਦਾ ਤੇ ਉਹ ਇਸ ਅਵਸਥਾ ਤੱਕ ਨਹੀਂ ਪਹੁੰਚਦਾ, ਉਹਨੂੰ ਢਾਹ ਲੱਗ ਜਾਂਦੀ, ਕ੍ਰੋਧ ਨੂੰ ਢਾਹ ਲੈਂਦਾ। ਇਸ ਕਰਕੇ ਗੁਰੂ ਸਾਹਿਬ ਜੀ ਅੱਜ ਜ਼ਿਕਰ ਕਰ ਰਹੇ ਨੇ ਵੀ ਜਿਹੜੇ ਸੰਗਤ ਨਹੀਂ ਨਾ ਕਰਦੇ ਤੇ ਧਰਮ ਰਾਏ ਉਹਨਾਂ ਨੂੰ ਢਾਹ ਲੈਂਦਾ ਤੇ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ। ਫਿਰ ਉਹਨਾਂ ਦੇ ਜੀਵਨ 'ਚੋਂ ਬੁਰਾਈ ਆ ਜਾਂਦੀ ਹੈ ਤੇ ਬੰਦੇ ਮੁਕੱਦਮੇ ਭੁਗਤ ਰਹੇ ਨੇ। ਤੇ ਕਈ ਲੱਖ ਆ ਗੁਰਦੁਆਰਿਆਂ ਦੇ ਵਿੱਚ ਵੀ ਪੈਸਾ ਜਿਹੜਾ ਧਰਮ ਪ੍ਰਚਾਰ ਦੇ ਵਿੱਚ ਲੱਗਣਾ ਚਾਹੀਦਾ ਹੈ, ਸਿੱਖ ਕੌਮ ਦੇ ਉਥਾਨ ਦੇ ਵਿੱਚ ਲੱਗਣਾ ਚਾਹੀਦਾ ਹੈ, ਜਿਹੜੇ ਸਾਡੇ ਕਿੰਨੇ ਸ਼ਹੀਦ ਹੋ ਗਏ ਨੇ ਉਹਨਾਂ ਦੀ ਔਲਾਦਾਂ ਲਈ ਲੱਗਣਾ ਚਾਹੀਦਾ ਹੈ। ਹੋਰ ਸਿੱਖ ਕੌਮ ਦੇ ਅੰਦਰ ਅਸੀਂ ਤੇ ਇਹਨਾਂ ਦੇਸ਼ਾਂ ਦੇ ਵਿੱਚ ਆ ਗਏ ਹਾਂ, ਪੰਜਾਬ ਦੀ ਧਰਤੀ ਤੇ ਬੜੇ ਲੋਕ ਨੇ ਜਿਹੜੇ ਐਜੂਕੇਸ਼ਨ ਨੂੰ ਐਕਸੈਸ ਨਹੀਂ ਕਰ ਸਕਦੇ, ਉੱਥੇ ਲੱਗਣਾ ਚਾਹੀਦਾ ਹੈ ਆਪਣੀ ਕੌਮ ਤੇ। ਤੇ ਗੁਰੂ ਸਾਹਿਬ ਜੀ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਿਹਾ ਹੈ ਤੇ ਜੱਜਾਂ ਵਕੀਲਾਂ ਕੋਲ ਲੱਖਾਂ ਡਾਲਰ ਜਾ ਰਿਹਾ ਹੈ। ਕਹਿਣ ਦਾ ਮਤਲਬ ਅਸਲ ਦੇ ਵਿੱਚ ਜਿਹੜੀ ਕਹਾਣੀ, ਜਦੋਂ ਕ੍ਰੋਧ ਦੀ ਬੰਦਾ ਸੰਗਤ ਕਰਦਾ ਹੈ ਨਾ, ਇੱਥੇ ਅਸੀਂ ਕਿਸੇ ਤੇ ਬਲੇਮ ਨਹੀਂ ਕਰਨਾ। ਜਦੋਂ ਅਸੀਂ ਗੁਰਦੁਆਰੇ ਆਉਣਾ, ਇੱਥੇ ਅਸੀਂ ਸੁਰਤੀ ਜੋੜਨੀ ਹੈ ਸ਼ਬਦ ਦੇ ਨਾਲ। ਸੁਰਤੀ ਜੋੜ ਕੇ ਅਸੀਂ ਰਿਜ਼ਲਟ ਕੱਢਣਾ ਆਪਣੀ ਜ਼ਿੰਦਗੀ ਦੇ ਵਿੱਚ ਵੀ। ਇਨ ਫਿਊਚਰ ਸਾਡੇ ਕੋਲੋਂ ਕੋਈ ਇਹ ਗੁਨਾਹ ਨਾ ਹੋਵੇ ਵੀ ਗੁਰਦੁਆਰੇ ਰਹਿੰਦਿਆਂ ਹੋਇਆਂ ਸਾਡੇ ਅੰਦਰ ਨਫ਼ਰਤ ਪੈਦਾ ਹੋ ਜਾਏ। ਅਸੀਂ ਨਗਰ ਕੀਰਤਨ ਕਰਦਿਆਂ ਗਾਲੀ ਗਲੋਚ ਕਰ ਦਈਏ ਕਿਸੇ ਦੇ ਨਾਲ, ਅਸੀਂ ਨਗਰ ਕੀਰਤਨ ਕਰਦਿਆਂ ਕੁਰਸੀਆਂ ਚੁੱਕ ਕੇ ਇੱਕ ਦੂਜੇ ਤੇ ਮਾਰਨਾ ਸ਼ੁਰੂ ਕਰ ਦਈਏ ਜਾਂ ਡਾਂਗਾਂ ਨਾਲ ਲੜਨਾ ਸ਼ੁਰੂ ਕਰ ਦਈਏ। ਅਸਲ ਦੇ ਵਿੱਚ ਇੱਥੇ ਸਿੱਖਣਾ ਹੈ। ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾਂ। ਇੱਥੇ ਗੁਰੂ ਦੇ ਨਾਲ ਸੰਗਤ ਕਰਨੀ ਤੇ ਗੁਰੂ ਦੀ ਸੰਗਤ ਇਹੀ ਹੈ। ਗੁਰੂ ਸਾਹਿਬ ਜੀ ਜਿਹੜੀ ਬਾਣੀ ਦੇ ਅੰਦਰ ਕਹਿ ਰਹੇ ਨੇ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ
ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ। ਤੇ ਸਾਰਿਆਂ ਨੂੰ ਅਸੀਂ ਕਿਵੇਂ ਟੋਲਰੇਟ ਕਰਾਂਗੇ? ਰੇਸਿਸਟ ਹੋ ਕੇ ਵੈਸੇ ਤੇ ਜਿਹੜੀ ਕਮਿਊਨਿਟੀ 'ਚ ਅਸੀਂ ਰੇਜ਼ ਕੀਤਾ, ਬੌਰਨ ਬਰੌਟ ਅਪ ਆ, ਉੱਥੇ ਤੇ ਰੇਸਿਜ਼ਮ ਸਿਖਰ ਦੇ ਉੱਤੇ ਬੰਦਾ ਜਿਹੜਾ ਕਿਧਰੇ ਕਾਸਟਿਜ਼ਮ ਹੈ, ਕਲਰਿਜ਼ਮ ਹੈ, ਤੇ ਜੈਂਡਰ ਡਿਸਕ੍ਰਿਮੀਨੇਸ਼ਨ ਹੈ, ਆਨਰ ਕਿਲਿੰਗ ਹੈ। ਤੇ ਇਹਦਾ ਮਤਲਬ ਅਸਲ ਦੇ ਵਿੱਚ ਜੇ ਧਰਮ ਦੀ ਸੰਗਤ ਕਰ ਲਈਏ ਤੇ ਇਹ ਚੀਜ਼ਾਂ ਨਹੀਂ ਹੋਣਗੀਆਂ। ਕਰੋਧ ਦੇ ਵਿੱਚ ਵਾਇਲੈਂਸ ਨਹੀਂ ਹੋਏਗਾ, ਉੱਥੇ ਸਰਬੱਤ ਦਾ ਭਲਾ ਹੋਏਗਾ। ਉੱਥੇ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਕਿਰਪਾਨ ਵੀ ਹੱਥ ਦੇ ਵਿੱਚ ਆ ਕੇ ਚੱਲੇਗੀ ਤੇ ਮਨੁੱਖਤਾ ਦੀ ਭਲਾਈ ਦੇ ਲਈ ਚੱਲੇਗੀ, ਚੰਗਾ ਪੋਲੀਟੀਕਲ ਤੇ ਸੋਸ਼ਲ ਸਟਰਕਚਰ ਸਿਸਟਮ ਦੇਣ ਦੇ ਲਈ ਚੱਲੇਗੀ ਦੁਨੀਆ ਦੇ ਅੰਦਰ, ਭਲਾਈ ਦੇ ਲਈ, ਸदैव ਸ਼ਾਂਤੀ ਦੇ ਲਈ। ਤੇ ਹਜ਼ੂਰ ਅੱਜ ਜ਼ਿਕਰ ਕਰ ਰਹੇ ਨੇ ਕਿ ਅਸਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਸੰਗਤ ਕਰਦਾ ਹੈ ਨਾ, ਉਦੋਂ ਬੰਦਾ ਕਰੋਧ ਤੋਂ ਬਚਦਾ ਹੈ। ਬਾਹਰ ਤੁਸੀਂ ਲੋਭ ਹੈ ਤੇ ਜਿੰਨੇ ਵੀ ਹਰ ਮਜ਼ਹਬ ਦੇ ਧਾਰਮਿਕ ਸਥਾਨ, ਮੈਂ ਇੱਕ ਮਜ਼ਹਬ ਦੀ ਗੱਲ ਨਹੀਂ ਕਰ ਰਿਹਾ, ਹੁਣ ਤੇ ਸਾਰਿਆਂ ਕੋਲ ਡਾਟਾ ਹੈ। ਮੈਂ ਕਈ ਵਾਰੀ ਅਰਜ਼ ਕਰਦਾ ਹੁੰਨਾ, ਸਾਲਾਨਾ ਤੌਰ ਤੇ ਜਿਵੇਂ ਦੇਸ਼ਾਂ ਨੂੰ ਰੈਂਕ ਕੀਤਾ ਜਾਂਦਾ ਨਾ, ਵੀ ਇਹ ਦੇਸ਼ ਦੇ ਵਿੱਚ ਪਰ ਕੈਪੀਟਾ ਇਨਕਮ ਇੰਨੀ ਹੈ, ਗਰੀਬੀ ਇੰਨੀ, ਹੰਗਰ ਇੰਡੈਕਸ ਇੰਨਾ ਹੈ, ਤੇ ਸਾਲਾਨਾ ਸਾਰੇ ਧਰਮਾਂ ਦਾ ਵੀ ਇੱਕ ਇੰਡੈਕਸ ਹੋਣਾ ਚਾਹੀਦਾ ਹੈ ਵੀ ਇੰਨੇ ਡੋਨਰਸ ਲੋਕਾਂ ਨੇ ਮਾਇਆ ਡੋਨੇਟ ਕੀਤੀ, ਇੰਨੇ ਬੰਦੇ ਚੰਗੇ ਪੈਦਾ ਹੋਏ, ਇੰਨੇ ਇਸ ਮਜ਼ਹਬ ਦੇ ਲੋਕਾਂ ਨੇ ਪਰ ਕੈਪੀਟਾ ਦੇ ਹਿਸਾਬ ਦੇ ਨਾਲ ਚੰਗੀ ਭਲਾਈ ਦੀ ਸੇਵਾ ਦੀ ਗੱਲ ਕੀਤੀ, ਲੰਗਰ ਲੋਕਾਂ ਨੂੰ ਜਾ ਕੇ ਲਾਇਆ, ਜਾਂ ਜੋ ਵੀ ਅਸੀਂ ਕਰਨੇ ਆ ਜਾਂ ਦੂਸਰੇ ਧਰਮਾਂ ਦੇ ਕਰਦੇ ਨੇ ਉਹਦਾ ਸਰਵੇਖਣ। ਤੇ ਇੰਨੇ ਐਕਸਟ੍ਰੀਮਿਸਟ ਤਿਆਰ ਹੋਏ ਇਸ ਆਈਡੀਓਲੋਜੀ ਦੇ ਨਾਲ, ਤੇ ਇੰਨੀ ਜਿਹੜੀ ਧਰਮ ਦੀ ਜਿਹੜੀ ਮਾਇਆ ਗਵਨ ਹੋਈ, ਤੇ ਅਸਲ ਦੇ ਵਿੱਚ ਕਰਪਸ਼ਨ ਹੋਈ ਧਰਮ ਦੇ ਨਾਂ ਤੇ ਇੰਨਾ ਸਾਰਾ ਕੁਝ ਜਿਹੜਾ ਗਲਤ ਕੀਤਾ ਗਿਆ ਜੋ ਨਹੀਂ ਕੀਤਾ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਦਾ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੇ ਜੇ ਰੋਜ਼ ਦਿਲ ਨੂੰ ਖੋਜਣਾ ਤੇ ਘੱਟੋ ਘੱਟ ਸਾਲਾਨਾ ਤੌਰ ਤੇ ਇਹੋ ਜਿਹੀ ਵੀ ਇੱਕ ਇੰਸਟੀਟਿਊਸ਼ਨ ਹੋਣਾ ਚਾਹੀਦਾ ਵੀ ਜਿਹੜਾ ਸਾਰੇ ਧਰਮਾਂ ਦਾ ਰਿਜ਼ਲਟ ਕੱਢ ਕੇ ਵੀ ਜਿਹੜੀ ਕਮਿਊਨਿਟੀ, ਕਿਉਂਕਿ ਹਰ ਮਜ਼ਹਬ ਕਹਿੰਦਾ ਵੀ ਅਸੀਂ ਸਭ ਤੋਂ ਵੱਡੇ ਆ ਤੇ ਸਾਡਾ ਮਜ਼ਹਬ ਸਭ ਤੋਂ ਵੱਡਾ ਹੈ, ਤੇ ਅਸਲ ਦੇ ਵਿੱਚ ਉਹ ਵਿਚਾਰਾਂ ਦੀ ਸੰਗਤ ਕਿੰਨੀ ਕਰ ਰਿਹਾ, ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਕੋਲੋਂ ਮਿਲੇ ਨੇ, ਜੋ ਕਿਸੇ ਨੂੰ ਬਾਈਬਲ ਕੋਲੋਂ ਮਿਲੇ ਨੇ, ਜੋ ਕਿਸੇ ਨੇ ਆਪਣੇ ਧਾਰਮਿਕ ਗ੍ਰੰਥਾਂ ਕੋਲੋਂ ਸਿੱਖਿਆ, ਉਹਦੀ ਐਕਚੁਅਲੀ ਪ੍ਰੈਕਟਿਸ ਕਿੰਨੀ ਹੈ ਤੇ ਉਹਦਾ ਰਿਜ਼ਲਟ ਕੀ ਹੈ। ਤੇ ਗੁਰੂ ਸਾਹਿਬ ਜੀ ਨੇ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕੀਤਾ ਕਿ ਸੰਗਤ ਧਰਮ ਦਾ ਜਿਹੜਾ ਇੰਸਟੀਟਿਊਸ਼ਨ ਹੈ, ਗਾਡ ਐਂਟਿਟੀ ਹੈ, ਤੇ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਅਸੀਂ ਕਰਨੇ ਆ, ਬਾਣੀ ਹੈ, ਉਹਦੀ ਸੰਗਤ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਲ ਕੇਵਲ ਬਚਿਆ ਜਾ ਸਕਦਾ, ਉਸ ਤੋਂ ਬਿਨਾਂ ਬਚਣ ਦਾ ਕੋਈ ਰਾਹ ਨਹੀਂ ਹੈ। ਨਾਨਕ ਉਭਰੇ ਜਪ ਹਰੀ ਸਾਧ ਸੰਗ ਸੰਬੰਧ, ਜਿਨ੍ਹਾਂ ਦਾ ਅਸਲ ਦੇ ਵਿੱਚ ਸੰਗਤ ਦੇ ਨਾਲ ਅਸਲ ਦੇ ਵਿੱਚ ਸੰਬੰਧ ਪੈਦਾ ਹੋ ਗਿਆ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੀ ਸਰਕਾਰ ਫਿਰ ਇਸੇ ਸ਼ਲੋਕ ਨੂੰ ਅੱਗੇ ਵਿਸਤਾਰ ਦਿੰਦੇ ਨੇ ਪੌੜੀ ਦੇ ਵਿੱਚ। ਗੁਰੂ ਸਾਹਿਬ ਜੀ ਕਹਿੰਦੇ ਨੇ ਢੱਡਾ ਢੂੰਡਤ ਕਹੇ ਫਿਰੋ, ਢੂੰਡਨ ਆ ਮਨ ਮਾਹਿ। ਤੇ ਹਜ਼ੂਰ ਸੰਗ ਤੁਹਾਰਾ ਪ੍ਰਭ ਬਸੈ, ਬਨ ਬਨ ਕਹਾਂ ਫਿਰਾਹੇ। ਕਿਉਂਕਿ ਹਿੰਦੁਸਤਾਨ ਦੇ ਵਿੱਚ ਇਹ ਵੀ ਬੜੀ, ਇੰਡੀਆ ਦੇ ਵਿੱਚ ਪ੍ਰੈਕਟਿਸ ਰਹੀ, ਖਾਸ ਕਰਕੇ ਜੋਗੀ ਲੋਕਾਂ ਕੋਲ, ਵੀ ਜੇ ਰੱਬ ਨੂੰ ਮਿਲਣਾ ਤੇ ਰਿਨੰਸੀਏਸ਼ਨ ਦਾ ਰਾਹ ਹੈ, ਤਿਆਗਵਾਦ। ਵੀ ਤੁਸੀਂ ਘਰ ਦੇ ਵਿੱਚ ਤੇ ਮਾਇਆ ਹੁੰਦੀ ਏ, ਬੱਚਿਆਂ ਦਾ ਮੋਹ ਵਾਪਰਦਾ ਹੈ, ਬੰਦੇ ਦੇ ਅੰਦਰ ਵਿਕਾਰ ਹਾਵੀ ਹੁੰਦੇ ਨੇ, ਇਸ ਕਰਕੇ ਨਾ ਤਾਂ ਵਿਆਹ ਕਰਾਉਂਦੇ ਸਨ ਜੋਗੀ, ਅੱਜ ਵੀ ਬਹੁਤ ਸਾਰੇ ਜੋਗੀ ਲੋਕ ਨੇ, ਤੇ ਬ੍ਰਹਮਚਾਰੀ ਰਹਿਣ ਨੂੰ ਕਹਿੰਦੇ ਸੀ ਵੀ ਮਾਇਆ ਦਾ ਤਿਆਗ ਹੈ। ਹਾਲਾਂਕਿ ਅੱਜ ਤੇ ਜੋਗੀ ਲੋਕ ਅਰਬਾਂ ਪਰ ਮਿਲੀਅਨ ਬਿਲੀਅਨੇਅਰ ਬਣੇ ਨੇ, ਤੇ ਫੇਕ ਦਵਾਈਆਂ ਵੇਚ ਕੇ ਬਣੇ ਨੇ, ਤੇ ਲੋਕਾਂ ਦੀ ਹੈਲਥ ਨੂੰ ਦਾਅ ਤੇ ਲਾ ਕੇ ਬਣੇ ਨੇ। ਤੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਿਹੜਾ ਜ਼ਿਕਰ ਕੀਤਾ ਨਾ, ਵੀ ਗੱਲੀ ਯੋਗ ਨਾ ਹੋਈ, ਵੀ ਗੱਲਾਂ ਦੇ ਨਾਲ ਯੋਗ ਨਹੀਂ ਹੋਣਾ। ਇਸ ਕਰਕੇ ਤੁਸੀਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤੇ ਤੁਹਾਨੂੰ ਕੋਈ ਇੱਕ ਸ਼ਬਦ ਵੀ ਨਹੀਂ ਮਿਲੇਗਾ ਜਿੱਥੇ ਜੋਗੀਆਂ ਨੂੰ ਕਿਹਾ ਹੋਵੇ ਵੀ ਇਹ ਤਿਆਗ ਕਰਦੇ ਨੇ ਤੇ ਬੜਾ ਵਧੀਆ ਕੰਮ ਇਹਨਾਂ ਨੇ ਕੀਤਾ, ਵੀ ਦੁਨੀਆ ਤੇ ਬੜੀ ਆਊਟਪੁੱਟ ਕੱਢੀ ਹੈ। ਨਾ ਐਜੂਕੇਸ਼ਨ ਪੱਖੋਂ ਕੋਈ ਇਹੋ ਜਿਹਾ ਸਿਸਟਮ ਦੁਨੀਆ ਦੇ ਲੋਕਾਂ ਨੂੰ, ਕਿਉਂਕਿ ਬੰਦੇ ਦੀ ਲਾਈਫ ਹੀ એનર્ਜੀ ਅਸਲ ਦੇ ਵਿੱਚ, ਤੇ ਗੁਰੂ ਸਾਹਿਬ ਜੀ ਨੇ ਸੁਸਾਇਟੀ ਦੇ ਵਿੱਚ ਰਹਿ ਕੇ ਕੰਮ ਕੀਤਾ ਹੈ, ਸੁਸਾਇਟੀ ਨੂੰ ਰਿਫਾਰਮ ਕੀਤਾ ਹੈ। ਤੇ ਜੇ ਬੰਦਾ ਘਰ-ਬਾਰ ਨੂੰ ਤਿਆਗ ਕੇ ਜੰਗਲਾਂ 'ਚ ਚਲਾ ਜਾਂਦਾ, ਨਾ ਕੋਈ ਇਕਨੋਮੀ ਦੇ ਵਿੱਚ ਰੋਲ ਪਲੇ ਕਰ ਰਿਹਾ, ਨਾ ਐਜੂਕੇਸ਼ਨ ਸਿਸਟਮ ਹੀ ਦੇ ਰਿਹਾ, ਤੇ ਪੋਲਿਟੀ ਦੇ ਵਿੱਚ ਤਾਂ ਵਿਦੇਸ਼ੀ ਹਮਲਾਵਰ ਆਉਂਦੇ ਸਨ
ਇੱਥੇ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਸਨ, ਸਾਹਮਣੇ ਨੌਜਵਾਨਾਂ ਨੂੰ ਮਰਦਿਆਂ ਜੋਗੀ ਦੇਖਦੇ ਸਨ। ਅੱਜ ਵੀ ਜਿਹੜੇ ਬੜੇ ਇਸ ਤਰ੍ਹਾਂ ਦੇ ਇਨਸੈਂਸਿਟਿਵ ਨੇ ਮਨੁੱਖਤਾ ਦੇ ਪ੍ਰਤੀ, ਜਦੋਂ ਆਪਣਾ ਇਜ਼ਮ ਨੂੰ ਉਹਨਾਂ ਨੇ ਪ੍ਰੋਲੀਫਰੇਸ਼ਨ ਕਰਨੀ, ਉਹਦੀ ਸਪਰੈਡ ਕਰਨਾ, ਉਦੋਂ ਠੀਕ ਹੈ, ਪਰ ਜਦੋਂ ਹਿਊਮੈਨਿਟੀ ਦੀ ਹੈਲਪ ਦੀ ਗੱਲ ਆਉਂਦੀ ਹੈ ਤੇ ਬੰਦੇ ਨਹੀਂ ਕਰਦੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਵੀ ਜੰਗਲ ਦੇ ਵਿੱਚ ਤੁਸੀਂ ਕੀ ਲੱਭਦੇ ਹੋ, ਤੇ ਉਹ ਅਕਾਲ ਪੁਰਖ ਵਾਹਿਗੁਰੂ ਤੇ ਸਾਰਿਆਂ ਦੇ ਨਾਲ ਵਸਦਾ, ਹਰ ਥਾਂ ਤੇ ਵਸਦਾ ਹੈ ਔਰ ਸਾਰੇ ਲੋਕਾਂ ਦੇ ਵਿੱਚ ਵਸਣ ਵਾਲਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੀ ਸਰਕਾਰ ਨੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਤੁਹਾਡੇ ਨਾਲ ਹੀ ਅਸਲ ਦੇ ਵਿੱਚ ਸਮਾਇਆ ਹੋਇਆ, ਉਹਨੂੰ ਬਾਹਰੋਂ ਕਿਸੇ ਜੰਗਲ ਦੇ ਵਿੱਚੋਂ ਲੱਭਣ ਦੀ ਲੋੜ ਨਹੀਂ ਹੈ। ਇੱਕ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਹ ਜੋਗੀ ਜਿਹੜੇ ਜੰਗਲਾਂ ਦੇ ਵਿੱਚ ਜਾਂਦੇ ਸੀ, ਇੱਕ ਹੋਰ ਜੋਗੀ ਆ ਗੁਰੂ ਸਾਹਿਬ ਨੇ ਜੰਗਲ ਕਿਹਾ। ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਬਾਰ ਵਿਡਾਨੜਾ, ਹੁਮਸ ਧੁਮਸ, ਕੂਕਾਂ ਪਈਆਂ ਰਾਹੀਂ, ਤਹਿ ਸ਼ਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਸੰਸਾਰ ਨੂੰ ਵੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਇੱਕ ਬੰਦਿਆਂ ਦੇ ਅੰਦਰ ਵੀ ਵਾਈਲਡਨੈਸ ਹੈ, ਕਿਉਂਕਿ ਆਖਿਰ ਜੇ ਐਵੋਲਿਊਸ਼ਨਰੀ ਥਿਊਰੀ ਨੂੰ ਮੰਨੀਏ ਤੇ ਬੰਦਾ ਜਾਨਵਰਾਂ ਤੋਂ ਹੀ ਇਵੋਲਵ ਹੋ ਕੇ ਆਇਆ। ਤੇ ਤੁਸੀਂ ਸੁਸਾਇਟੀ ਦੇ ਵਿੱਚ ਵੀ ਵੇਖੋ, ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਸ਼ੋਇੰਗ ਆਫ ਹੈ, ਬੋਸਟਫੁਲ ਬੰਦੇ ਦਾ ਨੇਚਰ ਹੈ, ਜਿਹੜੀ ਦੁਨੀਆ ਦੇ ਅੰਦਰ ਵਿਚਰਨੇ ਆ ਨਾ ਸੀ, ਤੇ ਕਈ ਵਾਰੀ ਸਾਰੀ ਜ਼ਿੰਦਗੀ ਬੰਦੇ ਦੀ ਲੱਗ ਜਾਂਦੀ ਲੋਕਾਂ ਨੂੰ ਖੁਸ਼ ਕਰਦਿਆਂ, ਰਿਸ਼ਤੇਦਾਰਾਂ ਨੂੰ ਖੁਸ਼ ਕਰਦਿਆਂ ਹੋਇਆ, ਪਰ ਬੰਦੇ ਨੂੰ ਹੈਪੀਨੈਸ ਨਹੀਂ ਮਿਲਦੀ, ਕਿਉਂਕਿ ਬੰਦਾ ਦੁਨੀਆ ਦਾ ਵਾਜਾ ਬਣ ਕੇ ਨਾ ਵੱਜੀ ਜਾ ਰਿਹਾ। ਜਿਵੇਂ ਵਾਜਾ ਰਾਗੀ ਸਿੰਘ ਵਜਾਉਂਦੇ ਨੇ ਨਾ, ਜਿਹੜੀ ਟਿਊਨ ਕੱਢਣ ਉਹਨਾਂ ਦੀ ਮਰਜ਼ੀ ਹੋਵੇ ਉਹ ਹੀ ਨਿਕਲਦੀ ਹੈ। ਇਸੇ ਤਰ੍ਹਾਂ ਬੰਦਾ ਵੀ ਕੱਪੜੇ ਉਹ ਪਾਉਂਦਾ ਜਿਹੜੀ ਸੁਸਾਇਟੀ ਨੂੰ ਚੰਗੇ ਲੱਗਣ। ਖਾਣਾ ਪੀਣਾ ਜਦੋਂ ਪਾਰਟੀਆਂ ਆਰਗੇਨਾਈਜ਼ ਕਰਦਾ, ਬੰਦਾ ਕਹਿੰਦਾ ਲੋਕਾਂ ਦੇ ਵਿੱਚ ਮੇਰਾ ਨੱਕ ਰਹਿ ਜਾਏ, ਉਹ ਲੋਕੀ ਵਾਹ ਵਾਹ ਮੇਰੀ ਕਰਨ। ਉਹ ਗੁਰੂ ਦੀ ਪਰਵਾਹ ਨਹੀਂ ਕਰਦਾ, ਤੇ ਬੰਦਾ ਪੀਅਰ ਪ੍ਰੈਸ਼ਰ 'ਚ ਆ ਕੇ ਨਸ਼ੇ ਆਦਿਕ ਵੀ ਕਰਦਾ ਹੈ। ਤੇ ਅਸਲ ਦੇ ਵਿੱਚ ਇਸ ਜੰਗਲ ਦੇ ਵਿੱਚ ਵੀ ਕਿਸੇ ਨੂੰ ਖੁਸ਼ੀ ਨਹੀਂ ਮਿਲੀ। ਇੱਕ ਜੰਗਲ ਉਹ ਇਹ ਜੋਗੀ ਲੋਕ ਜਾਂਦੇ ਸਨ, ਇੱਕ ਇੱਥੇ ਵੀ ਹਰ ਬੰਦਾ ਇਕੱਲਾ ਹੀ ਹੈ ਜਿਹੜਾ, ਕਿਉਂਕਿ ਦੁਨੀਆ ਸਵਾਰਥ ਦੇ ਨਾਲ ਇੱਕ ਦੂਜੇ ਦੇ ਨਾਲ ਜੁੜੀ ਹੋਈ ਦਿਸਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਕਰਕੇ ਜੰਗਲ ਦੇ ਵਿੱਚੋਂ ਰੱਬ ਨਹੀਂ ਲੱਭਣਾ, ਉਹ ਸਾਰਿਆਂ ਦੇ ਵਿੱਚ, ਤੇ ਕਿਸੇ ਧਾਰਮਿਕ ਬਿਲਡਿੰਗ ਦੇ ਵਿੱਚੋਂ ਵੀ ਨਹੀਂ ਲੱਭਣਾ। ਇਹ ਗੁਰਦੁਆਰਾ ਹੈ, ਅਸੀਂ ਇੱਥੇ ਸਕੂਲ, ਗੁਰੂ ਸਾਹਿਬ ਜੀ ਨੇ ਕਿਹਾ ਗੁਰੂ ਇੱਥੇ ਆਉਣਾ ਹੈ, ਅਸੀਂ ਇੱਥੋਂ ਸਿੱਖਣਾ ਹੈ ਕਿ ਰੱਬ ਅਸਲ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਦਾ ਉਧਾਰ ਕਰਦੇ ਆ, ਮੱਕੇ ਦੀ ਧਰਤੀ ਤੇ ਜਾਂਦੇ ਨੇ, ਤੇ ਉੱਥੇ ਇਸੇ ਗੱਲ ਤੇ ਇਤਰਾਜ਼ ਕੀਤਾ ਜਾਂਦਾ ਵੀ ਰੱਬ ਦਾ ਘਰ ਵੱਲ ਤੁਸੀਂ ਲੱਤਾਂ ਕੀਤੀਆਂ ਹੋਈਆਂ। ਤੇ ਗੁਰੂ ਸਾਹਿਬ ਜੀ ਉੱਥੇ ਜਿਹੜਾ ਸਵਾਲ ਜਵਾਬ, ਤੇ ਵੈਸੇ ਸਾਡੇ ਕੋਲ ਤੇ ਥੋੜੀ ਹਿਸਟਰੀ ਆਈ ਹੈ ਤੇ ਬੜੇ ਲੰਮੀ ਚੌੜੀ ਵਾਰਤਾਲਾਪ ਹੋਈ ਹੋਏਗੀ ਵੀ ਗੁਰੂ ਸਾਹਿਬ ਜੀ ਨੇ ਤਾਂ ਪੁੱਛਿਆ ਹੋਏਗਾ ਵੀ ਜਦੋਂ ਇਹ ਬਿਲਡਿੰਗ ਨਹੀਂ ਸੀ ਬਣੀ ਤੇ ਉਦੋਂ ਰੱਬ ਨੇ ਘਰ ਹੀ ਬੈਠਾ ਸੀ, ਵੀ ਵਿਚਾਰਾ ਘੁੰਮ ਰਿਹਾ ਸੀ, ਤੁਸੀਂ ਬੜਾ ਤਰਸ ਕੀਤਾ ਵੀ ਥੋੜਾ ਜਿਹਾ ਚੰਦਾ ਇਕੱਠਾ ਕਰਕੇ ਇੱਕ ਧਾਰਮਿਕ ਬਿਲਡਿੰਗ ਬਣਾ ਕੇ ਦੇ ਦਿੱਤੀ, ਵੀ ਰੱਬ ਦੇ ਰਹਿਣ ਦੀ ਰਿਹਾਇਸ਼ ਬਣਾ ਦਿੱਤੀ ਹੈ। ਤੇ ਇਹ ਬਿਲਡਿੰਗ ਜਿਹੜੀ ਤੁਹਾਡੀ ਹੈ ਇਹ 100-200 ਸਾਲ ਪੁਰਾਣੀ ਹੋਏਗੀ, ਕਿ ਉਸ ਤੋਂ ਪਹਿਲਾਂ ਰੱਬ ਕੋਲ ਕੋਈ ਘਰ ਨਹੀਂ ਸੀ, ਤੇ ਰੱਬ ਜਿਹੜਾ ਉਸ ਤੋਂ ਘਰ ਤੋਂ ਬਿਨਾਂ ਹੀ ਰਹਿ ਰਿਹਾ ਸੀ। ਹਜ਼ੂਰ ਨੇ ਜਿਹੜੀ ਰੱਬ ਦੀ ਗੱਲ ਕੀਤੀ, ਹਜ਼ੂਰ ਕਹਿਣ ਲੱਗੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਤੁਹਾਡੇ ਅੰਦਰ ਵਸਦਾ ਹੈ, ਉਹਨੂੰ ਅੰਦਰੋਂ ਪ੍ਰਗਟ ਕਰੋ। ਕਿਉਂਕਿ ਜੇ ਜਨੇਊ ਦੀ ਗੱਲ ਕੀਤੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਗੁਰੂ ਸਾਹਿਬ ਜੀ ਕਹਿੰਦੇ ਨੇ ਤੁਸੀਂ ਆਪਣੇ ਆਪ ਨੂੰ ਕਿਉਂ ਨਹੀਂ ਪੇਸ਼ ਕਰਦੇ ਰੱਬ ਦੇ ਸਾਹਮਣੇ, ਤੇ ਆਪਣੇ ਆਪ ਦੀ ਪਰਸਨੈਲਿਟੀ ਨੂੰ ਡਿਵੈਲਪ ਕਿਉਂ ਨਹੀਂ ਕਰਦੇ ਵੀ ਵਿੱਚ ਤੁਹਾਡੇ ਦਇਆ ਕੰਪੈਸ਼ਨ ਹੋਵੇ, ਤੁਸੀਂ ਇੱਕ ਦੂਜੇ ਦੇ ਦੁੱਖ ਵੰਡਾਓ। ਬਜਾਏ ਕਿ ਹਿੰਦੁਸਤਾਨ ਦੇ ਲੋਕ ਤੇ ਕੀ ਕਰਦੇ ਸਨ, ਬਾਹਰੋਂ ਹਮਲਾਵਰ ਵੀ ਕੁੱਟਦੇ ਸਨ, ਆਪਸ ਵਿੱਚ ਵੀ ਇੱਕ ਦੂਜੇ ਨਾਲ ਨਫ਼ਰਤ ਕਰਦੇ ਸੀ, ਕਿਧਰੇ ਜਾਤ ਪਾਤ ਤੇ ਕਿਧਰੇ ਇੱਕ ਦੂਜੇ ਨੂੰ ਜਿਹੜੇ ਬਿਲਕੁਲ ਰਗੜ ਰਹੇ ਸਨ। ਤੇ ਅਸਲ ਵਿੱਚ ਉਹ ਮਸਲੇ ਫਿਰ ਕੀ ਕਹਿੰਦੇ ਸੀ ਵੀ ਰੱਬ ਹੀ ਇੱਕ ਦਿਨ ਆਏਗਾ ਧਰਤੀ ਤੇ ਧਰਤੀ ਦਾ ਜ਼ੁਲਮ ਖਤਮ ਕਰੇਗਾ। ਜ਼ੁਲਮ ਆਪ ਕਰ ਰਹੇ ਸੀ,
ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਤੁਸੀਂ ਦਇਆ ਦੇ ਵਿੱਚ ਆ ਜਾਓ, ਧਰਤੀ ਤੇ ਜ਼ੁਲਮ ਕਰਨਾ ਛੱਡ ਦਿਓ, ਤੁਹਾਡੇ ਕਰਕੇ ਹੀ ਜ਼ੁਲਮ ਧਰਤੀ ਤੇ ਵਾਪਰਨ ਰਿਹਾ। ਤੇ ਅਸਲ ਦੇ ਵਿੱਚ ਤੁਸੀਂ ਰੱਬ ਨੂੰ ਪੁਕਾਰ ਰਹੇ ਹੋ ਵੀ ਯਦਾ ਯਦਾ ਹੀ ਧਰਮਸੇ, ਇੱਕ ਰੱਬ ਫੇਰ ਆਏਗਾ ਵੀ ਅਸਲ ਦੇ ਵਿੱਚ ਦੂਰ ਕਰੇਗਾ। ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿਹੜੀ ਵਿਚਾਰਧਾਰਾ ਦਿੱਤੀ, ਹਜ਼ੂਰ ਕਹਿੰਦੇ ਨੇ ਉਹਨੂੰ ਅੰਦਰੋਂ ਲੱਭੋ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਤੇ ਇਹ ਸਕੂਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰਾ ਸਿਸਟਮ ਇਹ ਸਾਨੂੰ ਅੰਦਰੋਂ ਸਿਖਾਉਣ ਵਾਸਤੇ ਹੈ ਵੀ ਅਸੀਂ ਇੱਕ ਥਾਂ ਦੇ ਉੱਤੇ ਬਹਿ ਕੇ ਜਾਤ ਪਾਤ ਤੋਂ ਰਹਿਤ ਸੁਸਾਇਟੀ ਦੀ ਇੱਕ ਪ੍ਰੈਕਟਿਸ ਕਰੀਏ, ਫਿਰ ਇੱਕ ਦੂਜੇ ਦਾ ਦੁੱਖ ਵੰਡਾਈਏ। ਤੇ ਅਸਲ ਦੇ ਵਿੱਚ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਮਤਲਬ ਹੈ ਜੇ ਗਰੀਬੀ ਦਾ ਦੁੱਖ ਹੈ ਕਿਸੇ ਦੀ ਜ਼ਿੰਦਗੀ ਦੇ ਵਿੱਚ ਤੇ ਉਹਨੂੰ ਇਸ ਹਾਲ ਤੇ ਛੱਡ ਦੇਣਾ ਵੀ ਅਸਲ ਦੇ ਵਿੱਚ ਰੱਬ ਆਪ ਹੀ ਆ ਕੇ ਤੇਰਾ ਦੁੱਖ ਦੂਰ ਕਰੇਗਾ। ਅਸਲ ਦੇ ਵਿੱਚ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਮਤਲਬ ਇੱਥੇ ਹੀ ਮਸਲੇ ਹੱਲ ਹੋਣਗੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੰਗਤ ਦੀ ਜ਼ਿੰਮੇਵਾਰੀ ਬਣਦੀ, ਸੰਗਤ ਦੇ ਵਿੱਚ ਰੱਬ ਵਸਦਾ ਤੇ ਸੱਚਾ ਨਿਆਂ ਕਰੇ ਕਰਤਾਰ। ਜੇ ਜੁਡੀਸ਼ਰੀ ਸਿਸਟਮ ਹੈ ਉਹ ਵੀ ਸੰਗਤ ਦੇ ਵਿੱਚੋਂ ਪੈਦਾ ਹੋਏਗਾ ਖਾਲਸਾ ਰਾਜ, ਜਿੱਥੇ ਸਾਰਿਆਂ ਨਾਲ ਇਨਸਾਫ ਹੋਏਗਾ। ਇਸ ਕਰਕੇ ਸਾਰਾ ਕੁਝ ਗੁਰੂ ਸਾਹਿਬ ਜੀ ਨੇ ਅੰਦਰੋਂ ਲੱਭਣਾ ਸਿਖਾਇਆ ਸਾਨੂੰ। ਤੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਹਜ਼ੂਰ ਕਹਿੰਦੇ ਨੇ ਢੇਰੀ ਢਾਹੋ ਸਾਧ ਸੰਗ, ਅਹਮ ਬੁੱਧ ਬਿਕਰਾਲ। ਬੁੱਧ ਦਾ ਮਤਲਬ ਹੈ ਇੰਟਲੈਕਟ, ਬੰਦੇ ਦਾ ਇੰਟਲੈਕਚੁਅਲ ਲੈਵਲ। ਵੈਸੇ ਤੇ ਜੇ ਬੰਦੇ ਕੋਲ ਰੀਅਲ ਐਜੂਕੇਸ਼ਨ ਹੋਵੇ ਨਾ ਤੇ ਇਹ ਬੰਦੇ ਦੇ ਅੰਦਰ ਕੌਨਫੀਡੈਂਸ ਪੈਦਾ ਕਰਦੀ, ਕ੍ਰਿਟੀਕਲ ਥਿੰਕਿੰਗ ਆਉਂਦੀ, ਬੰਦਾ ਪ੍ਰੋਬਲਮ ਨੂੰ ਜ਼ਿਆਦਾ ਸੋਲੂਸ਼ਨ ਦੇ ਸਕਦਾ ਗਿਆਨ ਦੇ ਨਾਲ ਹੀ। ਇਸ ਕਰਕੇ ਗੁਰੂ ਸਾਹਿਬ ਨੇ ਗਿਆਨ ਨੂੰ ਮਹਾਰਸ ਕਿਹਾ ਆਮ ਹਾਲਤਾਂ ਦੇ ਵਿੱਚ। ਪਰ ਜਿਹੜਾ ਗਿਆਨ ਬੰਦੇ ਦਾ ਕੰਟੈਮੀਨੈਂਟ, ਅਸਲ ਦੇ ਵਿੱਚ ਕੰਟੈਮੀਨੇਟਿਡ ਹੋਵੇ, ਪੋਲਿਊਸ਼ਨ ਹੋਵੇ ਉਹਦੇ ਅੰਦਰ, ਜਿਹੜਾ ਜਾਤੀਵਾਦ ਦੇ ਆਧਾਰਿਤ ਹੋਵੇ ਜਾਂ ਬੰਦੇ ਨੂੰ ਬੰਦੇ ਨਾਲ ਨਫ਼ਰਤ ਕਰਨਾ ਸਿਖਾਏ, ਉਹਦੇ ਤੇ ਬੰਦਾ ਉਸ ਜਾਣਕਾਰੀ ਦੇ ਉੱਤੇ ਹੰਕਾਰ ਕਰੇ, ਉਹਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ। ਜਦੋਂ ਅਸੀਂ ਪੜ੍ਹਨੇ ਆ ਨਾ, ਪੜ ਪੜ ਗੱਡੀ ਲੱਧੀਆਂ, ਪੜ ਪੜ ਭਰੀਆਂ ਸਾਧ ਪੜੀਆਂ, ਜੇਤੇ ਬਰਸ ਬਰਸ ਭਰੀਆਂ ਜੇਤੇ ਮਾਸ। ਅਸਲ ਦੇ ਵਿੱਚ ਉਹ ਬ੍ਰਾਹਮਣਿਕਲ ਸਿਸਟਮ ਵੱਲੋਂ ਆਈ ਹੋਈ ਐਜੂਕੇਸ਼ਨ ਸੀ, ਜਿਹੜੀ ਬੰਦੇ ਨਾਲ ਬੰਦਾ ਨਫ਼ਰਤ ਕਰਨਾ ਸਿਖਾਉਂਦੀ ਸੀ ਖਾਸ ਕਰਕੇ। ਤੇ ਹਜ਼ੂਰ ਨੇ ਜ਼ਿਕਰ ਕੀਤਾ, ਉਹਨੂੰ ਰਿਜੈਕਟ ਕਰ ਦਿੱਤਾ। ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ। ਇੱਥੇ ਨਵਾਂ ਐਜੂਕੇਸ਼ਨ ਜਿਹੜਾ ਇਕੁਐਲਿਟੀ ਦੇ ਉੱਤੇ ਆਧਾਰਿਤ ਹੋਏਗਾ, ਇਗੈਲਿਟੇਰੀਅਨ, ਸਭ ਸਾਰਿਆਂ ਨੂੰ ਬਰਾਬਰ ਅਧਿਕਾਰ ਹੋਣਗੇ, ਇਹੋ ਜਿਹੀ ਸੁਸਾਇਟੀ ਸਿਰਜੇਗਾ ਉਹ ਸਮਾਜ। ਤੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਿਹੜਾ ਅੱਜ ਜ਼ਿਕਰ ਕੀਤਾ ਹੈ, ਹਜ਼ੂਰ ਕਹਿੰਦੇ ਨੇ ਆਪਣੇ ਹੰਕਾਰ ਦੀ ਢੇਰੀ ਢਾਓ। ਪਹਿਲਾਂ ਜੇ ਸਾਧ ਸੰਗਤ ਦੇ ਵਿੱਚ ਬੈਠਣਾ ਹੈ, ਕੰਫਰਮੇਸ਼ਨ ਬਾਇਸ। ਕੰਫਰਮੇਸ਼ਨ ਬਾਇਸ ਦਾ ਮਤਲਬ ਹੁੰਦਾ ਹੈ ਵੀ ਜਿਹੜੀ ਅਸੀਂ ਕਈਆਂ ਕੋਲੋਂ ਸਿੱਖ ਲਈ ਨਾ ਆਈਡੀਓਲੋਜੀ, ਪ੍ਰੀ ਐਗਜ਼ਿਸਟਿੰਗ ਆਈਡੀਆਜ਼ ਨੇ ਸਾਡੇ, ਵੀ ਜੋ ਕੁਝ ਸਾਨੂੰ ਧਰਮ ਦੇ ਬਾਰੇ ਪਤਾ ਹੈ ਉਹ ਭਾਵੇਂ ਗੁਰਬਾਣੀ ਦੇ ਮੁਤਾਬਕ ਨਾ ਹੀ ਹੋਏ। ਬੰਦਾ ਕਹਿੰਦਾ ਮੈਂ ਪ੍ਰਚਾਰਕਾਂ ਕੋਲੋਂ ਸੁਣਦਾ ਆ ਰਿਹਾ, ਮੈਂ ਫਲਾਣੇ ਕੋਲੋਂ ਸਮਝਦਾ ਆ ਰਿਹਾ, ਮੈਨੂੰ ਇੰਨੀ ਨੌਲੇਜ ਹੈ। ਉਹ ਜਿਹੜਾ ਹੰਕਾਰ ਹੈ ਨਾ ਕੁਝ ਜਾਣਨ ਦਾ, ਉਹ ਅਸਲ ਦੇ ਵਿੱਚ ਬੰਦੇ ਨੂੰ ਗੁਰਬਾਣੀ ਦੇ ਨਾਲ ਪ੍ਰੋਪਰ ਨਹੀਂ ਕਈ ਵਾਰੀ ਜੁੜਨ ਦਿੰਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਜਿਹੜਾ ਤੁਹਾਨੂੰ ਜਾਣਨ ਦਾ ਹੰਕਾਰ ਹੈ ਨਾ, ਸਿਆਣੇ ਹੋਣ ਦਾ, ਉਹ ਹੰਕਾਰ ਜਿਹੜਾ ਆਪਣੇ ਜੀਵਨ ਦੇ ਵਿੱਚੋਂ ਤਿਆਗ ਦਿਓ। ਤੇ ਢੇਰੀ ਢਾਹੋ ਸਾਧ ਸੰਗ, ਸੱਚ ਦੀ ਸੰਗਤ ਕਰੋ। ਸੱਚ ਦੀ ਸੰਗਤ ਕਰਦਿਆਂ ਜਿਵੇਂ ਅਸੀਂ ਸ਼ਬਦ ਸੁਣਨੇ ਪਏ ਆ ਨਾ, ਮੰਨ ਲਓ ਅਸੀਂ ਇੱਕ ਸ਼ਬਦ ਸੁਣ ਲਿਆ ਗੁਰੂ ਸਾਹਿਬ ਦਾ ਵੀ ਸਿੱਖੀ ਦੇ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ, ਸਾਰੀ ਦੁਨੀਆ ਇੱਕ ਪਿਤਾ ਇੱਕ ਸਕੇ ਹਮ ਪਾਰਕ, ਆਪਾਂ ਬਰਾਬਰ ਆ। ਤੇ ਢੇਰੀ ਢਾਣ ਦਾ ਮਤਲਬ ਪਤਾ ਕੀ ਹੈ? ਅੱਜ ਤੋਂ ਬਾਅਦ ਕਦੇ ਵੀ ਜਾਤ ਪਾਤ ਦਾ ਖਿਆਲ ਵੀ ਨਾ ਸਾਨੂੰ ਆਵੇ। ਅਸੀਂ ਧੀਆਂ ਪੁੱਤਰਾਂ ਦੇ ਵਿਆਹ ਵੀ ਕਰੀਏ ਤੇ ਅਸੀਂ ਵੇਖੀਏ ਸਾਰੇ ਹਿਊਮਨ ਬੀਇੰਗ ਨੇ ਤੇ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਨਾ, ਟੋਟਲੀ ਡਿਸਕ੍ਰਿਮੀਨੇਸ਼ਨ ਨੂੰ ਖਤਮ ਕਰਨਾ ਆਪਣੇ ਜੀਵਨ ਦੇ ਵਿੱਚ। ਇਹ ਹੈ ਢੇਰੀ ਢਾਣਾ। ਵੀ ਜਦੋਂ ਆਪਣੇ ਗੁਰੂ ਸਾਹਿਬ ਜੀ ਨੇ ਸਾਨੂੰ ਕਹਿ ਦਿੱਤਾ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਤੇ ਫਿਰ ਉਸ ਤੋਂ ਬਾਅਦ ਸਿੱਖ ਆਪਣੀ ਜ਼ਿੰਦਗੀ 'ਚ 1 ਸੈਂਟ 1 ਪੈਨੀ ਵੀ ਕਿਸੇ ਦੀ ਹਰਾਮ ਦੀ ਕਮਾਈ ਨਾ ਖਾਏ। ਇਹ ਹੈ ਢੇਰੀ ਢਾਣਾ। ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਵੀ ਸਾਨੂੰ ਸੱਚ ਬੋਲਣਾ ਚਾਹੀਦਾ। ਸੱਚ ਵੀ 2 ਤਰ੍ਹਾਂ ਦਾ ਹੁੰਦਾ, ਇੱਕ ਡਿਓਨਟੋਲੋਜਿਸਟ ਕਹਿੰਦੇ ਨੇ, ਜਿਵੇਂ ਗੰਗੂ ਨੇ ਸੱਚ ਬੋਲਿਆ ਸੀ। ਇੱਕ ਜਿਹੜਾ ਅਸਲ ਦੇ ਵਿੱਚ ਯੂਟੈਲੀਟੇਰੀਅਨਿਜ਼ਮ ਦੇ ਮੁਤਾਬਕ ਬੋਲਿਆ ਜਾਂਦਾ, ਜਿਵੇਂ ਗਣੀ ਖਾਂ ਤੇ ਨਬੀ ਖਾਂ ਨੇ ਕਿਹਾ, ਸਰਬਤ ਦੇ ਭਲੇ ਦੇ ਲਈ ਬੋਲਿਆ ਜਾਂਦਾ। ਅਸਲ ਦੇ ਵਿੱਚ ਜਿੱਥੇ ਪਿੱਛੇ ਆਈਡੀਓਲੋਜੀ ਨੂੰ ਸਪੋਰਟ ਕੀਤਾ ਜਾਂਦਾ, ਜਿਹੜੀ
ਸਾਰੀ ਦੁਨੀਆ ਦੀ ਭਲਾਈ ਲਈ ਵਾਲੀ ਹੁੰਦੀ ਹੈ। ਵੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਗਨੀ ਖਾਂ ਤੇ ਨਬੀ ਖਾਂ ਦੇ ਨਾਲ ਵਿਚਰਦੇ ਨੇ, ਇਹ ਉੱਚ ਦੇ ਪੀਰ ਨੇ ਜਦੋਂ ਉੱਥੇ ਕਿਹਾ ਜਾਂਦਾ, ਸੱਚ ਦੇ ਨੂੰ ਸਪੋਰਟ ਦਿੱਤੀ ਜਾਂਦੀ, ਉਹ ਸੱਚ ਸਮਝਣਾ ਵੀ ਕਿਹੜੀ ਥਾਂ ਤੇ ਕਿਵੇਂ ਬੋਲਣਾ ਅਸਲ ਦੇ ਵਿੱਚ। ਇਸ ਕਰਕੇ ਗੁਰੂ ਸਾਹਿਬ ਜੀ ਦੀ ਬਾਣੀ ਬੜੀ ਬਰੀਕ ਸਾਨੂੰ ਅੰਦਰੋਂ ਬਣਾਉਂਦੀ ਹੈ ਫੈਸਲਾ ਕਰਨ ਦੇ ਸਮਰੱਥ, ਵੀ ਲਗਾਤਾਰ ਪੜ੍ਹ ਕੇ ਆਪਣੀਆਂ ਅਸੀਂ ਢੇਰੀਆਂ ਢਾਂਦੇ ਜਾਣਾ। ਝੂਠ ਦੀ ਢੇਰੀ ਢਾ ਦੇਣੀ, ਫਰੇਬ ਦੀ ਢੇਰੀ ਢਾ ਦੇਣੀ, ਦੂਜਿਆਂ ਦਾ ਹੱਕ ਮਾਰਨ ਦੀ ਢੇਰੀ ਢਾ ਦੇਣੀ। ਭਾਵੇਂ ਸਾਡੇ ਮਨ ਦਾ ਇੰਟਲੈਕਟ ਇਹ ਹੀ ਗੱਲ ਕਹਿ ਰਿਹਾ ਵੀ ਨਹੀਂ, ਜਦੋਂ ਤੱਕ ਹੇਰਾ ਫੇਰੀ ਨਾ ਕਰੀਏ ਉਦੋਂ ਤੱਕ ਬਿਜ਼ਨਸ ਨਹੀਂ ਚੱਲਦਾ, ਸਰਵਾਈਵ ਕਰਨਾ ਔਖਾ ਹੋ ਜਾਂਦਾ। ਅਸੀਂ ਤੇ ਇਸ ਤਰ੍ਹਾਂ ਦੀ ਜਿਹੜੀ ਆਪਣੀ ਸਿਆਣਪ ਪਾਲੀ ਹੋਈ ਹੈ, ਇਹ ਸਿਆਣਪ ਦਾ ਹੰਕਾਰ ਗੁਰੂ ਸਾਹਿਬ ਜੀ ਕਹਿੰਦੇ ਨੇ ਤੁਹਾਨੂੰ ਛੱਡਣਾ ਪਏਗਾ। ਵਿਕਰਾਲ, ਇਹ ਬੜਾ ਭਿਆਨਕ ਹੈ, ਵਿਕਰਾਲ ਟੈਰੀਬਲ ਹੈ। ਅਸਲ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸ਼ੈਤਾਨ ਬਣਾ ਦਿੰਦਾ। ਆਪਣੀ ਪਰਸਨੈਲਿਟੀ ਵੀ ਤੁਹਾਡੀ ਵਿਕਰਾਲ ਬਣਦੀ ਏ ਤੇ ਸੁਸਾਇਟੀ ਵੀ ਅਸਲ ਦੇ ਵਿੱਚ ਸਾਰੀ ਬੇਈਮਾਨ ਹੋ ਜਾਂਦੀ, ਕਿਉਂਕਿ ਇੱਕ ਬੰਦਾ ਨਾ ਯੂਨਿਟ ਹੈ, ਉਸ ਤੋਂ ਬਾਅਦ ਪਰਿਵਾਰ ਹੈ, ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਅਸੀਂ ਇਹੋ ਜਿਹੇ ਆਪਣੇ ਇਮੋਸ਼ਨ ਨੇ ਉਹ ਜਿਹੜੇ ਕੰਟੇਜਸ ਹੋਣ ਕਰਕੇ ਜਿਸ ਆਲੇ ਦੁਆਲੇ ਦੇ ਵਿੱਚ ਵਿਚਰਨੇ ਆ, ਉਹਨਾਂ ਨੂੰ ਆਪਣੇ ਵਿਚਾਰ ਥਾਟ ਦੇ ਰਹੇ ਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਨਾ ਬੜੀ ਭਿਆਨਕ ਬਿਮਾਰੀ ਹੈ ਬੰਦੇ ਨੂੰ, ਤੇ ਹੰਕਾਰ ਜਿਹੜਾ ਹੈ ਇਹ ਬੰਦੇ ਨੂੰ ਬਹੁਤ ਭਿਆਨਕ ਬਣਾ ਦਿੰਦਾ ਹੈ। ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖ ਨਿਹਾਲ। ਫਿਰ ਉਸ ਅਕਾਲ ਪੁਰਖ ਦਾ ਦਰਸ਼ਨ ਕਰੋ, ਬਾਹਰੋਂ ਨਹੀਂ। ਅੱਜ ਦੇ ਸ਼ਬਦ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਅੰਦਰੋਂ ਹੀ ਲੱਭੋ ਉਸ ਵਾਹਿਗੁਰੂ ਜੀ ਨੂੰ, ਆਪਣੇ ਅੰਦਰੋਂ ਸੱਚ ਨੂੰ ਲੱਭੋ, ਦਇਆ ਨੂੰ ਲੱਭੋ, ਧਰਮ ਨੂੰ ਲੱਭੋ, ਸੰਤੋਖ ਨੂੰ ਲੱਭੋ, ਪਰਉਪਕਾਰ ਨੂੰ, ਨੇਕੀ ਨੂੰ ਲੱਭੋ। ਜਿਹੜਾ ਰੱਬ ਗਿਵਰ ਹੈ ਤੇ ਹੱਥੋਂ ਦੇ ਕੇ ਭਲਾ ਮਨਾਓ, ਉਹ ਜਿਹੜੀ ਖੂਬੀਆਂ ਅੰਦਰ ਅਸੀਂ ਜਿਹੜੀਆਂ ਰੱਬ ਦੇ ਵਰਚੂਜ਼ ਪੈਦਾ ਕਰੀਏ। ਤੇ ਹਜ਼ੂਰ ਕਹਿੰਦੇ ਨੇ ਤੁਸੀਂ ਨਿਹਾਲ ਹੋ ਜਾਓਗੇ, ਪ੍ਰਸੰਨ ਹੋ ਜਾਓਗੇ ਜਦੋਂ ਇਸ ਤਰ੍ਹਾਂ ਦਾ ਤੁਹਾਡਾ ਕਰੈਕਟਰ ਬਣ ਜਾਏਗਾ ਗੁਰਬਾਣੀ ਦੇ ਮੁਤਾਬਕ। ਢੇਰੀ ਜਾਮੈ ਜਮ ਮਰੈ ਗਰਭ ਜੋਨ ਦੁੱਖ ਪਾਏ। ਜਿਹਦੇ ਚ ਢੇਰੀਆਂ ਨੇ ਨਾ, ਵੀ ਝੂਠ ਦੀ ਉਹਨੇ ਢੇਰੀ ਬੜੀ ਵੱਡੀ ਬਣਾਈ ਹੋਈ ਹੈ, ਬੋਲ ਬੋਲ ਕੇ ਪ੍ਰੈਕਟਿਸ ਕੀਤੀ ਹੋਈ ਹੈ। ਜਿਹਦੇ ਅੰਦਰ ਕਾਮ ਦੀ ਢੇਰੀ ਹੈ, ਕ੍ਰੋਧ ਦੀ ਢੇਰੀ ਹੈ। ਬੰਦਾ ਕਹਿੰਦਾ ਜੀ ਉਹ ਫਲਾਣੇ ਬੰਦੇ ਨੇ ਮੈਨੂੰ ਇੱਕ ਗੱਲ ਕਹੀ ਤੇ ਮੈਂ ਉਹਨੂੰ ਬੋਲਣ ਨਹੀਂ ਦਿੱਤਾ, ਇੱਕ ਤੋਂ ਚਾਰ ਸੁਣਾਈਆਂ। ਸਾਡੀ ਪੰਜਾਬੀ ਨਾਰਸਿਸਿਸਟ ਕਿਸਮ ਦੀ ਪਰਸਨੈਲਿਟੀ ਕਈ ਵਾਰੀ ਬੰਦੇ ਦੀ ਹੁੰਦੀ। ਤੇ ਜਦੋਂ ਬੰਦਾ ਕਹੇ ਵੀ ਵੇਖੋ ਉਹਨੇ ਮੈਨੂੰ ਬੜਾ ਕੁਝ ਕਿਹਾ ਪਰ ਮੈਂ ਉਹਦੀ ਗੱਲ ਮਾਫ ਕਰ ਦਿੱਤੀ, ਮੈਂ ਸੋਚਿਆ ਵੀ ਗੁਰੂ ਸਾਹਿਬ ਜੀ ਦੀ ਬਾਣੀ ਤੇ ਪਹਿਰਾ ਦੇਣਾ ਚਾਹੀਦਾ ਹੈ। ਤੇ ਜਹਾਂ ਖਿਮਾ ਤਹਿ ਆਪ, ਜਿੱਥੇ ਖਿਮਾ ਉੱਥੇ ਰੱਬ ਹੈ। ਤੇ ਜਿਹੜੇ ਉਹ ਡਾਇਲੌਗ ਸੀ ਉਹਦੇ ਨਾਲ ਮੇਰਾ ਕੁਝ ਵਿਗੜਦਾ ਨਹੀਂ। ਹਾਂ, ਜਿੱਥੇ ਬੰਦਾ ਬਹੁਤ ਜ਼ਿਆਦਾ ਵਾਇਲੈਂਟ ਹੋਵੇ, ਅਗਰੈਸਿਵ ਹੋਵੇ, ਦੂਜਿਆਂ ਦਾ ਬੁਰਾ ਕਰ ਸਕਦਾ ਹੋਵੇ, ਉੱਥੇ ਅਸੀਂ ਵੇਖ ਕੇ ਅਣਡਿੱਠ ਨਹੀਂ ਕਰਨਾ, ਉੱਥੇ ਅਸੀਂ ਜ਼ੁਲਮ ਦੇ ਖਿਲਾਫ ਖਲੋਣਾ ਹੈ। ਅਸਲ ਦੇ ਵਿੱਚ ਹਰ ਥਾਂ ਦਾ ਇੱਕ ਕ੍ਰਾਈਟੀਰੀਅਨ ਹੈ ਵੀ ਕਿੱਥੇ ਅਸਲ ਦੇ ਵਿੱਚ ਅਸੀਂ ਕਿੰਨਾ ਸੱਚ ਬੋਲਣਾ, ਕਿੰਨਾ ਇਗਨੋਰ ਕਰਨਾ ਹੈ, ਤੇ ਕਿਸ ਤਰ੍ਹਾਂ ਇੱਕ ਬੈਲੈਂਸ ਦੇ ਨਾਲ ਵਿਚਰਨਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਢੇਰੀਆਂ ਅੰਦਰੋਂ ਢਾ ਦਿਆਂਗੇ ਨਾ, ਜਿਨ੍ਹਾਂ ਦੇ ਅੰਦਰ ਢੇਰੀਆਂ ਨੇ, ਜਮ ਮਰੈ, ਉਹ ਅਸਲ ਦੇ ਵਿੱਚ ਜਾਮਾਂ ਦੀ ਮਾਰ ਮਰਦਾ ਹੈ। ਗਰਭ ਜੋਨ ਦੁੱਖ ਪਾਏ, ਉਹ ਫਿਰ ਇਸੇ ਜੀਵਨ ਦੇ ਵਿੱਚ ਹੀ ਕਈ ਜਾਨਵਰਾਂ ਦੀ ਜੂਨ ਨਹੀਂ ਭੁਗਤਦਾ ਤੇ ਦੁੱਖ ਹੀ ਹੁੰਦਾ, ਸਾਰੀ ਜੀਵਨ ਦੇ ਵਿੱਚ ਦੁਖੀ ਰਹਿੰਦਾ। ਮੋਹ ਮਗਨ ਲਪਟਤ ਰਹਿ, ਜਿਹੜਾ ਮੋਹ ਦੇ ਵਿੱਚ ਲਪਟਿਆ ਰਹਿੰਦਾ ਹੈ, ਹੋਂ ਹੋਂ ਆਵੇ ਜਾਏ, ਹੋਮੈ ਦੇ ਵਿੱਚ ਆਂਦਾ ਜਾਂਦਾ ਰਹਿੰਦਾ ਹੈ। ਹਜ਼ੂਰ ਕਹਿੰਦੇ ਨੇ ਟਹਿਤ ਟਹਿਤ ਅਬ ਟਹਿ ਭਰੇ ਸਾਧ ਜਨਾ ਸ਼ਰਨਾਏ। ਵੇਖੋ ਇਹ ਸ਼ਬਦਾਂ ਦੀ ਪ੍ਰੋਫਾਊਂਡਨੈਸ, ਇਹਨਾਂ ਦੀ ਗੰਭੀਰਤਾ ਸਮਝੀਏ ਨਾ। ਗੁਰੂ ਸਾਹਿਬ ਜੀ ਕਹਿੰਦੇ ਨੇ ਮੈਂ ਢਹਿੰਦਿਆਂ ਨਾ ਲਗਾਤਾਰ ਬਾਣੀ ਸੁਣਦੇ ਆ। ਹੁਣ ਮੈਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅੱਗੇ ਢਹਿ ਪਿਆ ਵਾਂ। ਸਾਧ ਜਨਾ ਸ਼ਰਨ ਆਏ, ਮੈਂ ਉਹਨਾਂ ਦੀ ਸ਼ਰਨ ਦੇ ਵਿੱਚ ਆ ਗਿਆ। ਜ਼ਿਕਰ ਕੀਤਾ ਸੀ ਜਦੋਂ ਰਿਫਿਊਜੀ ਸਟੇਟਸ ਇੱਥੇ ਹੁੰਦਾ ਨਾ, ਤਾਂ ਉਹ ਦੇਸ਼ ਦਾ ਕਾਨੂੰਨ ਸਾਡੇ ਤੇ ਲਾਗੂ ਹੋ ਜਾਂਦਾ, ਉਹਦੇ ਮੁਤਾਬਕ ਚੱਲਣਾ ਹੁੰਦਾ। ਗੁਰੂ ਦੀ ਸ਼ਰਨ ਦਾ ਮਤਲਬ ਹੁੰਦਾ ਗੁਰੂ ਦੇ ਮੁਤਾਬਕ ਚੱਲਣਾ। ਦੁੱਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਏ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਦੁੱਖਾਂ ਦੀਆਂ ਸਾਰੀਆਂ ਫਾਹੀਆਂ ਕੱਟ ਦਿੱਤੀਆਂ। ਬੰਦਾ ਅਸਲ ਦੇ ਵਿੱਚ ਆਪਣੇ ਅੰਦਰ ਦੇ ਜਿਹੜੇ ਔਗਣਾ ਕਰਕੇ ਹੀ ਦੁਖੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਨੇ ਮੈਨੂੰ ਆਪਣੇ 'ਚ ਸਮਾ ਲਿਆ। ਉਹ ਬਾਣੀ ਦੇ ਨਾਲ ਉਹਦਾ ਜੀਵਨ ਮਿਲ ਗਿਆ, ਜਿਵੇਂ ਦੀ ਬਾਣੀ ਹੈ ਉਸ ਤਰ੍ਹਾਂ ਦਾ ਹੀ ਉਹਦਾ ਜੀਵਨ ਬਣ ਜਾਂਦਾ। ਇਹਨੂੰ ਕਹਿੰਦੇ ਨੇ ਸਮਾਣਾ, ਵੀ ਬਾਣੀ ਦੇ ਵਿੱਚ ਮਰਜ਼ ਹੋ ਜਾਣਾ ਕਰੈਕਟਰ ਕਰਕੇ, ਜੀਵਨ ਕਰਕੇ, ਕਰਮਾਂ ਕਰਕੇ। ਗੁਰੂ ਸਾਹਿਬ ਜੀ ਕਿਰਪਾ ਕਰਨ। ਅੱਜ ਦੇ ਸਮੁੱਚੇ ਸ਼ਬਦ ਦੇ ਵਿੱਚ ਜਿੱਥੇ ਕੱਲ ਗੁਰੂ ਸਾਹਿਬ ਜੀ ਨੇ ਸਾਨੂੰ ਮੱਥਾ ਟੇਕਣਾ ਦੀ ਜਾਚ ਸਿਖਾਈ,
ਅੱਜ ਸੰਗਤ ਕਰਨ ਦਾ ਦੱਸਿਆ ਵੀ ਅਸਲ ਦੇ ਵਿੱਚ ਵਿਚਾਰਾਂ ਦੀ ਸੰਗਤ ਕਰਨੀ, ਜਦੋਂ ਬਾਣੀ ਦੀ ਵਿਚਾਰ ਕਰਨੀ, ਉਹ ਥਾਟ ਨੂੰ ਆਪਣੇ ਜੀਵਨ ਦੇ ਅੰਦਰ ਜੀਵਨ 'ਚ ਅਪਣਾ ਕੇ ਜਿੱਥੇ ਵੀ ਜਾਵਾਂਗੇ, ਅਸੀਂ ਹੁਣ ਆਪਾਂ ਘਰਾਂ ਨੂੰ ਜਾਣਾ ਹੈ, ਉੱਥੇ ਉਹਦੀ ਪ੍ਰੈਕਟਿਸ ਕਰਨੀ ਹੈ, ਕਾਰੋਬਾਰਾਂ ਦੇ ਵਿੱਚ ਪ੍ਰੈਕਟਿਸ ਕਰਨੀ, ਕੰਮ ਕਰਦੇ ਹਾਂ, ਇਸ ਤਰ੍ਹਾਂ ਦਾ ਆਪ ਬਣਨ ਦਾ ਯਤਨ ਕਰਨਾ ਜੋ ਸ਼ਬਦ ਦੇ ਵਿੱਚ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਜਿਸ ਤਰ੍ਹਾਂ ਦੇ ਅਸੀਂ ਬਣ ਗਏ ਨਾ, ਘੱਟੋ ਘੱਟ ਮੈਂ ਕਹਿੰਦਾ ਹੁੰਦਾ ਸਾਨੂੰ ਸ਼ਬਦ ਬਾਣੀ ਪੜ੍ਹਦੇ ਆ ਨਾ, ਐਂਡ ਪਤਾ ਕਿੱਥੇ ਸੋਚਣਾ ਚਾਹੀਦਾ ਹੈ ਵੀ ਮੇਰੀਆਂ ਕਮਜ਼ੋਰੀਆਂ ਕਰਕੇ ਜਿਹੜੇ ਲੋਕ ਤੰਗ ਹੋ ਰਹੇ ਨੇ, ਘੱਟੋ ਘੱਟ ਉਹ ਤੰਗ ਹੋਣੇ ਬੰਦ ਹੋ ਜਾਣਗੇ। ਅਸਲ ਦੇ ਵਿੱਚ ਪਹਿਲਾ ਜਿਹੜੀ ਧਰਮ ਦੀ ਅਪਰੋਚ ਇਹ ਵੇ ਵੀ ਜੇ ਮੇਰੇ ਉੱਤੇ ਅਸਰ ਹੋ ਗਿਆ ਬਾਣੀ ਦਾ, ਤੇ ਜਿਹੜੇ ਸਾਡੇ ਹੱਥੋਂ ਤੰਗ ਹੁੰਦੇ ਨੇ ਲੋਕ, ਜਿਨ੍ਹਾਂ ਤੇ ਜ਼ੁਲਮ ਸਾਡੇ ਵੱਲੋਂ ਹੁੰਦਾ, ਉਹ ਸਟਾਪ ਹੋ ਜਾਏਗਾ। ਫਿਰ ਅਸੀਂ ਇਸ ਤੋਂ ਅਗਲੀ ਵੀ ਗੱਲ ਜਿਹੜੀ ਸਮਾਜ ਦੇ ਵਿੱਚ ਕਰ ਸਕਾਂਗੇ, ਗਲਤੀਆਂ ਭੁੱਲਾਂ ਦਾ